ਸਤਿ ਸ੍ਰੀ ਅਕਾਲ। ਤੁਸੀਂ ਦੇਖ ਰਹੇ ਹੋ ਤਖਤ ਪੰਜਾਬ। ਮੈਂ ਤੁਹਾਡੇ ਨਾਲ ਸੁਖਵਿੰਦਰ ਸਿੰਘ। ਮੇਰੇ ਨਾਲ ਸੀਨੀਅਰ ਪੱਤਰਕਾਰ ਤੇ ਪੰਜਾਬਨਾਮਾ ਦੇ ਸੰਪਾਦਕ ਗੁਰਮਿੰਦਰ ਸਿੰਘ ਸਮਦ ਮੌਜੂਦ ਨੇ। ਵੱਡੀਆਂ ਖਬਰਾਂ ਤੇ ਵੱਡੇ ਮੁੱਦਿਆਂ ਉੱਤੇ ਚਰਚਾ ਕਰਨ। ਸਵਾਗਤ ਹੈ ਤੁਹਾਡਾ ਸਮਦ ਸਾਹਿਬ। ਬਹੁਤ ਸ਼ੁਕਰੀਆ ਸੁਖਵਿੰਦਰ ਜੀ, ਬਹੁਤ ਬਹੁਤ ਸ਼ੁਕਰੀਆ। ਔਰ ਤਖਤ ਪੰਜਾਬ ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਸਮਦ ਸਾਹਿਬ, ਪਹਿਲਾ ਸਵਾਲ ਇਹ ਹੈ ਕਿ ਸਿੱਧੂ ਮੂਸੇਵਾਲਾ ਦੇ ਕਤਲ ਨੂੰ ਅੱਜ ਕਿੰਨੇ ਦਿਨ ਬੀਤ ਚੁੱਕੇ ਨੇ, ਭੋਗ ਵੀ ਪੈ ਚੁੱਕਿਆ, ਹਾਲੇ ਵੀ ਤਾਣੀ ਉਲਝੀ ਨਜ਼ਰ ਆਉਂਦੀ ਹੈ। ਦਿੱਲੀ ਪੁਲਿਸ ਕੁਝ ਹੋਰ ਕਹਿੰਦੀ ਹੈ, ਪੁਣੇ ਤੋਂ ਹੁਣ ਇੱਕ ਹੋਰ ਬੰਦਾ ਅਰੈਸਟ ਕੀਤਾ ਸ਼ੂਟਰ, ਪੰਜਾਬ ਪੁਲਿਸ ਕੁਝ ਹੋਰ ਕਹਿੰਦੀ ਹੈ। ਲਾਰੈਂਸ ਬਿਸ਼ਨੋਈ ਦੀ ਭੂਮਿਕਾ, ਕਿਤੇ ਤਾਂ ਦਿੱਲੀ ਪੁਲਿਸ ਕਹਿੰਦੀ ਹੈ ਕਿ ਉਹ ਮਾਸਟਰਮਾਈਂਡ ਹੈ, ਉਹਨੇ ਸਾਰਾ ਕੁਝ ਕੀਤਾ ਹੈ, ਪੰਜਾਬ ਪੁਲਿਸ ਨੇ ਹਾਲੇ ਤੱਕ ਨਾਮਜ਼ਦ ਨਹੀਂ ਕੀਤਾ ਉਹਨੂੰ। ਇਹ ਬਹੁਤ ਕੁਝ ਇਹੋ ਜਿਹਾ ਹੈ ਜਿਹਨੂੰ ਲੈ ਕੇ ਲੋਕਾਂ ਦਾ ਯਕੀਨ ਜਿਹਾ ਨਹੀਂ ਵੱਜ ਰਿਹਾ ਕਿ ਜਾਂਚ ਕਿੱਧਰ ਨੂੰ ਜਾ ਰਹੀ ਹੈ। ਸੁਖਵਿੰਦਰ ਜੀ, ਪਹਿਲਾਂ ਤਾਂ ਇਹ ਕਿ ਬਹੁਤ ਹਲੇ ਵੀ ਪੂਰਾ ਪੰਜਾਬ ਇਸੇ ਅਫਸੋਸ ਚੋਂ ਨਹੀਂ ਨਿਕਲਿਆ ਕਿ ਉਹਨਾਂ ਦਾ ਇੱਕ ਬਹੁਤ ਵੱਡਾ ਫਨਕਾਰ ਸਿੱਧੂ ਮੂਸੇਵਾਲਾ ਉਹਨਾਂ ਤੋਂ ਦੂਰ ਹੋ ਗਿਆ ਜਾਂ ਦੂਰ ਕਰ ਦਿੱਤਾ ਗਿਆ। ਦੂਰ ਹੋਇਆ ਤਾਂ ਨਹੀਂ, ਕਰ ਦਿੱਤਾ। ਹੁਣ ਪੰਜਾਬ ਪੁਲਿਸ ਦੀ ਤਹਿਕੀਕਾਤ ਚੱਲ ਰਹੀ ਹੈ। ਪੰਜਾਬ ਦੇ ਵਿੱਚ ਹੀ ਘਟਨਾ ਵਾਪਰੀ ਹੈ ਤੇ ਆਬਵੀਅਸ ਆ ਕਿ ਤਹਿਕੀਕਾਤ ਵੀ ਪੰਜਾਬ ਪੁਲਿਸ ਨੇ ਕਰਨੀ ਹੈ। ਉਹਦੇ ਤੇ ਜੋ ਵੀ SIT ਬਣੀ ਆ, ਜਿਹੜਾ ਸਾਡਾ ਐਂਟੀ ਗੈਂਗਸਟਰ ਸਟਾਫ ਹੈਗਾ ਉਹ ਕੰਮ ਕਰ ਰਿਹਾ, ਗੁਰਮੀਤ ਚੌਹਾਨ ਉਹਨਾਂ ਦੀ ਟੀਮ ਕੰਮ ਕਰ ਰਹੀ ਹੈ। ਪਰ ਇਹਨਾਂ ਕੋਲੋਂ ਜਿਹੜੀ ਪੂਰੀ ਦੀ ਪੂਰੀ ਉਹ ਵਿਉਂਤਬੰਦੀ ਸੀ ਉਸ ਕਤਲ ਕਰਨ ਦੇ ਲਈ, ਉਹ ਤੋੜੀ ਨਹੀਂ ਜਾ ਰਹੀ। ਉਹਦੀ ਜਿਹੜੀ ਪੂਰੀ ਦੀ ਪੂਰੀ ਉਹ ਬੁਣਤੀ ਬੁਣੀ ਗਈ ਸੀ ਨਾ, ਉਹ ਢੇੜੀ ਨਹੀਂ ਗਈ ਹਲੇ ਤੱਕ। ਔਰ ਇਹਦੇ ਵਿੱਚ ਹੀ ਦਿੱਲੀ ਪੁਲਿਸ ਐਂਟਰ ਕਰ ਜਾਂਦੀ ਆ, ਇਹਦੇ ਵਿੱਚ ਹੀ ਮਹਾਰਾਸ਼ਟਰ ਪੁਲਿਸ ਐਂਟਰ ਕਰ ਜਾਂਦੀ ਆ, ਇਹਦੇ ਵਿੱਚ ਹੀ ਉੱਤਰਾਖੰਡ ਪੁਲਿਸ ਐਂਟਰ ਕਰ ਜਾਂਦੀ ਆ, ਇਹਦੇ ਵਿੱਚ ਹੀ ਰਾਜਸਥਾਨ ਦੀ ਪੁਲਿਸ ਐਂਟਰ ਕਰ ਜਾਂਦੀ ਆ, ਇਹਦੇ ਵਿੱਚ ਹੀ UP ਦੀ ਪੁਲਿਸ, ਆਪਣੀ ਤੁਹਾਡੀ ਹਰਿਆਣੇ ਦੀ ਪਤਾ ਨਹੀਂ ਕਿਹੜੀਆਂ ਕਿਹੜੀਆਂ ਪੁਲਿਸਾਂ ਆ ਜਾਂਦੀਆਂ ਨੇ। ਸੋ ਹਰ ਪੁਲਿਸ ਦੀ ਆਪਣੀ ਥਿਉਰੀ ਆ। ਮੈਨੂੰ ਇੱਕ ਗੱਲ ਨਹੀਂ ਸਮਝ ਆ ਰਹੀ ਕਿ ਜਿਹੜੀ ਇਨਵੈਸਟੀਗੇਟਿਵ ਟੀਮ ਹੋਣੀ ਚਾਹੀਦੀ ਆ, ਉਹਦਾ ਮੁਖੀ ਇੱਕ ਹੋਏਗਾ ਔਰ ਉਹ ਟੀਮ ਇੱਕ ਹੋਏਗੀ ਜੋ ਇਨਵੈਸਟੀਗੇਟ ਕਰੇਗੀ। ਬਾਕੀ ਸੂਬਿਆਂ ਦੀ ਪੁਲਿਸ ਉਹਨਾਂ ਦੀ ਮਦਦ ਕਰਦੀ ਨਜ਼ਰ ਆਉਣੀ ਚਾਹੀਦੀ ਆ। ਪਰ ਇੱਥੇ ਕਹਾਣੀ ਹੋਰ ਲੱਗ ਰਹੀ ਆ। ਇੱਥੇ ਮਸਲੇ ਨੂੰ ਸੁਲਝਾਉਣ ਦੀ ਥਾਂ ਤੇ ਉਲਝਾਇਆ ਜਾ ਰਿਹਾ ਲੱਗ ਰਿਹਾ, ਕਿਉਂਕਿ ਕਿਤੇ ਨਾ ਕਿਤੇ ਜੇਕਰ ਦਿੱਲੀ ਪੁਲਿਸ, ਹੁਣ ਦੇਖੋ ਹਾਲੇ ਤੱਕ ਬਿਸ਼ਨੋਈ ਪੰਜਾਬ ਪੁਲਿਸ ਨੂੰ ਮਿਲਿਆ ਨਹੀਂ ਹੈਗਾ। ਬਿਸ਼ਨੋਈ ਕਹਿੰਦਾ ਜੀ ਪੰਜਾਬ ਪੁਲਿਸ ਜੇ ਮੈਨੂੰ ਲੈ ਜੂਗੀ ਤਾਂ ਮੇਰਾ ਐਨਕਾਊਂਟਰ ਕਰ ਦੂਗੀ। ਉਸੇ ਚੱਕਰ ਵਿੱਚ ਬਿਸ਼ਨੋਈ ਦਾ ਮਾਮੇ ਦਾ ਮੁੰਡਾ, ਉਹ ਪਤਾ ਨਹੀਂ ਭਾਣਜਾ, ਕਹਿੰਦਾ ਜੀ ਉਹ ਕਤਲ ਮੈਂ ਕਰਾਇਆ। ਹੁਣ ਉਹ ਸੂਤਰ ਦੱਸਦੇ ਨੇ ਮੀਡੀਆ ਦੇ ਜਿਹੜੀ ਕਿ ਉਹ ਬਾਹਰ ਭੱਜ ਗਏ ਨੇ, ਜਦੋਂ ਕਿ ਗੱਲ ਇਹ ਵੀ ਹੋ ਰਹੀ ਆ ਕਿ ਗੋਲਡੀ ਬਰਾੜ ਦਾ ਵੀ ਵਿੱਚ ਨਾਂ, ਜੋ ਕੈਨੇਡਾ ਵਿੱਚ ਬੈਠਾ। ਪੰਜਾਬ ਪੁਲਿਸ ਕਹਿ ਰਹੀ ਹੈ ਕਿ ਅਸੀਂ ਰੈੱਡ ਕਾਰਨਰ ਕਰਨ ਲਈ ਅਸੀਂ ਮੂਸਾ ਸਾਹਿਬ ਦੇ ਕਤਲ ਤੋਂ 10 ਦਿਨ ਪਹਿਲਾਂ ਦਿੱਤੀ ਹੋਈ ਆ ਇਲਤਜਾ CBI ਨੂੰ। CBI ਨੇ ਉਹ ਚਿੱਠੀਆਂ ਦਿਖਾਤੀਆਂ ਕਿ ਸਾਨੂੰ ਤਾਂ ਮੂਸੇ ਦੇ ਕਤਲ ਤੋਂ ਅਗਲੇ ਦਿਨ ਆਈ ਹੋਈ ਆ। ਔਰ ਵੈਸੇ ਵੀ ਜੇ ਪੰਜਾਬ ਪੁਲਿਸ ਕਹਿ ਰਹੀ ਆ ਕਿ ਅਸੀਂ ਰੈੱਡ ਕਾਰਨਰ ਨੋਟਿਸ ਦੀ ਬੇਨਤੀ ਕੀਤੀ ਹੋਈ ਆ, ਪੰਜਾਬ ਪੁਲਿਸ ਇਸ ਦੱਸਣ ਵਿੱਚ ਨਾਕਾਮਯਾਬ ਰਹੀ ਆ ਕਿ ਗੋਲਡੀ ਬਰਾੜ ਦੇ ਵਿੱਚ ਜਿਹੜੇ ਮਸਲੇ ਸੀ ਉਹ ਪੁਰਾਣੇ ਜਿਹੜੇ ਸੀਗੇ ਉਹਦੇ ਵਿੱਚ ਸੀ, ਪਰ ਉਹਦਾ ਸਿੱਧੂ ਮੂਸੇਵਾਲੇ ਨਾਲ ਤਾਂ ਕੋਈ ਰਿਲੇਸ਼ਨ ਨਹੀਂ ਸੀ। ਸੋ ਇੰਨੀ ਜਲਦੀ ਕਿਵੇਂ ਆਪਾਂ ਕਹਿ ਸਕਦੇ ਹਾਂ ਕਿ ਰੈੱਡ ਕਾਰਨਰ ਨੋਟਿਸ ਜਾਰੀ ਕਰਨ ਨਾਲ ਗੋਲਡੀ ਬਰਾੜ ਇਹ ਵਿਉਂਤ ਦੇ ਉੱਪਰ ਜੇ ਕੰਮ ਕਰ ਰਿਹਾ ਸੀ ਤਾਂ ਉਹ ਚੁੱਪ ਕਰ ਜਾਂਦਾ। ਸੋ ਕਿਤੇ ਨਾ ਕਿਤੇ ਇਸ ਵੇਲੇ ਸੰਗਰੂਰ ਜਿਮਨੀ ਚੋਣ ਦੇ ਆਉਣ ਨਾਲ ਸਰਕਾਰਾਂ ਆਪਣੇ ਪੱਲੇ ਛਡਾਉਣ ਲੱਗੀਆਂ ਹੋਈਆਂ ਨੇ। ਇਸ ਵੇਲੇ BJP ਦਾ ਵੀ ਸਟੇਕ ਲੱਗਿਆ ਹੋਇਆ ਸੰਗਰੂਰ ਚੋਣ ਦੇ ਵਿੱਚ, ਕੇਵਲ ਢਿੱਲੋਂ ਖੜੇ ਨੇ। ਸੋ ਜੇ ਉਹ ਦਿੱਲੀ ਪੁਲਿਸ ਦੇ ਉੱਤੇ ਕੋਈ ਗੱਲ ਆਉਂਦੀ ਹੈ ਤਾਂ ਉਹ BJP ਤੇ ਜਾਏਗੀ, ਉਹਦਾ ਅਸਰ ਕੇਵਲ ਢਿੱਲੋਂ ਦੀ ਕੈਂਡੀਡੇਚਰ ਤੇ ਹੋਏਗਾ। ਆਮ ਆਦਮੀ ਪਾਰਟੀ ਜੋ ਕਰ ਰਹੀ ਆ ਉਹ ਆਪਣਾ ਪੱਲਾ ਛਡਾ ਰਹੀ ਆ, ਵੱਡੀਆਂ ਵੱਡੀਆਂ ਗੱਲਾਂ ਕਰਕੇ ਉਹ ਆਪਣੇ ਆਪ ਨੂੰ ਸੇਵ ਕਰ ਰਹੀ ਆ। ਪਰ ਮੈਂ ਇੱਥੇ ਸੁਖਵਿੰਦਰ ਇੱਕ ਗੱਲ ਬੜੀ ਜ਼ਿੰਮੇਵਾਰੀ ਨਾਲ ਕਹਿਣਾ ਚਾਹਾਂਗਾ ਕਿ ਸਾਡੇ ਤੋਂ ਇੱਕ ਗਲਤੀ ਹੋ ਗਈ। ਅਸੀਂ ਪੰਜਾਬੀ ਜਿਹੜੇ ਲੋਕ ਹੈਗੇ ਆ ਨਾ, ਕਿਸੇ ਵੀ ਧਰਮ ਦੇ ਹੋਈਏ, ਪੰਜਾਬੀ ਵੀ ਹੋਣਾ ਵੀ ਇੱਕ ਧਰਮ ਹੈਗਾ, ਅਸੀਂ ਬੜੇ ਜਜ਼ਬਾਤੀ ਹੈਗੇ ਆ। ਔਰ ਜਦੋਂ ਸਰਦੂਲ ਸਿਕੰਦਰ ਹੋਣਾ ਦਾ ਦੇਹਾਂਤ ਹੁੰਦਾ, ਇੰਤਕਾਲ ਹੁੰਦਾ ਕਰੋਨਾ ਦੇ ਵਿੱਚ, ਉਦੋਂ ਵੀ ਜਜ਼ਬਾਤ ਇੰਨੇ ਬਹੇ ਕਿ ਪੂਰੇ ਦਾ ਪੂਰਾ ਖੰਨਾ, ਫਤਿਹਗੜ੍ਹ ਸਾਹਿਬ ਚੋਕ ਹੋ ਗਿਆ ਸੀ। ਹਾਲਾਂਕਿ ਉਦੋਂ ਲਾਕਡਾਊਨ ਲੱਗਿਆ ਹੋਇਆ ਸੀ, ਉਦੋਂ ਵੀ ਦੁਨੀਆ ਇੰਨੀ ਆਪ ਮੁਹਾਰੇ ਆ ਗਈ ਸੀ ਜਿੰਨੀ ਹੁਣ ਸਿੱਧੂ ਮੂਸੇਵਾਲੇ ਦੇ ਦੇਹਾਂਤ ਦੇ ਉੱਪਰ ਭੋਗ ਤੇ ਆਈ ਆ। ਪਰ ਹਾਂ, ਸਿੱਧੂ ਮੂਸੇਵਾਲੇ ਦਾ ਦੇਹਾਂਤ ਦਾ ਜਿਹੜਾ ਕੈਨਵਸ ਸੀ ਉਹ ਗਲੋਬਲ ਹੋ ਗਿਆ, ਉਹ ਪੰਜਾਬੀ ਮਿਊਜ਼ਿਕ ਇੰਡਸਟਰੀ ਤੋਂ ਬਾਹਰ ਚਲਿਆ ਗਿਆ, ਉਹ ਪੋਲਿਟਿਕਸ ਵਿੱਚ ਚਲਿਆ ਗਿਆ, ਉਹ ਕ੍ਰਾਈਮ ਵਿੱਚ ਚਲਿਆ ਗਿਆ, ਉਹ ਇੰਟਰਨੈਸ਼ਨਲ ਮਿਊਜ਼ਿਕ ਦੇ ਵਿੱਚ ਚਲਿਆ ਗਿਆ। ਗਲਤੀ ਇੱਥੇ ਇਹ ਹੋਈ ਆ ਕਿ ਜਿਹੜਾ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਨੂੰ ਵੱਖੋ-ਵੱਖ ਪਾਰਟੀਆਂ ਵੱਲੋਂ ਆਫਰ ਆਈ ਸੀ ਕਿ ਤੁਸੀਂ MP ਦੀ ਚੋਣ ਸਾਡੇ ਨੁਮਾਇੰਦੇ ਬਣ ਕੇ ਲੜੋ, ਉਹਨਾਂ ਨੇ ਉਹਨੂੰ ਨਾ ਕਰ ਦਿੱਤੀ।
ਆਪਾਂ ਉਹਦੇ ਨਾਲ ਸਹਿਮਤ ਹਾਂ, ਕਿਉਂਕਿ ਸਿੱਧੂ ਮੂਸੇਵਾਲਾ ਵੀ ਕਾਂਗਰਸ ਤੋਂ ਖੁਸ਼ ਨਹੀਂ ਸੀ ਹੈਗਾ। ਇਸੇ ਕਰਕੇ ਉਹ ਸਿਮਰਨਜੀਤ ਮਾਨ ਹੋਣਾ ਵਾਲੇ ਪਾਸੇ ਜਾ ਰਿਹਾ ਸੀ ਤੇ ਉਹ ਮਾਰਿਆ ਗਿਆ। ਇਸੇ ਤਰੀਕੇ ਨਾਲ ਦੀਪ ਸਿੱਧੂ ਵੀ ਸਿਮਰਨਜੀਤ ਮਾਨ ਦੇ ਪਾਸੇ ਜਾ ਰਿਹਾ ਸੀਗਾ, ਉਹ ਬੀਜੇਪੀ ਤੋਂ ਪਰਾਂ ਹੋ ਕੇ ਆਇਆ ਸੀ, ਉਹ ਵੀ ਮਾਰਿਆ ਗਿਆ। ਹਾਲਾਤ ਇਹ ਕਹਿੰਦੇ ਨੇ ਕਿ ਜੇਕਰ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਇੰਡੀਪੈਂਡੈਂਟਲੀ ਇਹ ਚੋਣ ਲੜਦੇ ਐਮਪੀ ਦੀ, ਤਾਂ ਮਜਬੂਰੀ ਹੋ ਜਾਣੀ ਸੀ ਉਹ ਪਾਰਟੀਆਂ ਦੀ ਉਹਨਾਂ ਨੂੰ ਸਪੋਰਟ ਕਰਨੀ। ਪਰ ਇੰਡੀਪੈਂਡੈਂਟ ਚੋਣ ਲੜਕੇ ਉਹ ਮੈਂਬਰ ਪਾਰਲੀਮੈਂਟ ਜ਼ਰੂਰ ਬਣ ਜਾਂਦੇ। ਤਾਂ ਜਿਹੜੇ ਅੱਜ ਸਿੱਧੂ ਮੂਸੇਵਾਲੇ ਦੇ ਕਤਲ ਦੇ ਉੱਪਰ ਮਿੱਟੀ ਪਾਉਣ ਦੀ ਕੋਸ਼ਿਸ਼ਾਂ ਹੋ ਰਹੀਆਂ ਨੇ ਜਾਂ ਦਬਾਉਣ ਦੀਆਂ ਕੋਸ਼ਿਸ਼ਾਂ ਹੋ ਰਹੀਆਂ ਨੇ, ਉਸ ਨੂੰ ਹਮੇਸ਼ਾ ਕਾਰਵਾਈ ਦੇ ਵਿੱਚ ਰੱਖਣ ਵਿੱਚ ਇੱਕ ਵੱਡੀ ਆਵਾਜ਼ ਉਹਦੇ ਖੁਦ ਪਿਤਾ ਜੀ ਪਾਰਲੀਮੈਂਟ ਵਿੱਚ ਪਹੁੰਚੇ ਹੁੰਦੇ। ਔਰ ਇਹੀ ਸੰਗਰੂਰ ਜ਼ਿਮਨੀ ਚੋਣ ਸਿੱਧੂ ਮੂਸੇਵਾਲੇ ਦੇ ਕਤਲ ਦੇ ਉੱਤੇ ਹੀ ਲੜੀ ਜਾਂਦੀ ਔਰ ਸਰਕਾਰਾਂ ਨੂੰ ਮਜਬੂਰੀ ਬਸ ਕਾਤਲਾਂ ਨੂੰ ਸਾਹਮਣੇ ਲਿਆਉਣਾ ਪੈਂਦਾ। ਇਸ ਤਰੀਕੇ ਨਾਲ ਨਵੀਆਂ ਥਿਉਰੀਆਂ ਬਣਾ ਕੇ ਕਾਤਲਾਂ ਨੂੰ ਪਰਦੇ ਪਾ ਕੇ ਪਰਾਂ ਧੱਕਣ ਦੀ ਕੋਸ਼ਿਸ਼ ਨਾ ਹੁੰਦੀ। ਔਰ ਤੁਸੀਂ ਦੇਖਿਓ ਐਂਡ ਆਫ ਦਾ ਡੇ ਜਾ ਕੇ ਸਾਰੀ ਗੱਲ ਇੱਕ ਗਰੀਬ ਦੇ ਉੱਤੇ ਮੁੱਕ ਜਾਣੀ ਆ। ਮੈਨੂੰ ਮਾਫੀ ਚਾਹੁੰਦਾ ਮੈਂ ਦਰਸ਼ਕਾਂ ਦੇ ਕੋਲੋਂ ਕਿ ਗਰੀਬ ਦੋਸ਼ੀ ਨਹੀਂ ਹੁੰਦਾ, ਪਰ ਗਰੀਬ ਦੀ ਗੁਰਬਤ ਹੀ ਦੋਸ਼ੀ ਹੁੰਦੀ ਆ। ਇਹ ਕੇਕੜੇ ਉੱਤੇ ਜਾਂ ਹੋਰ ਜਿਹੜੇ ਦੋ ਚਾਰ ਮਖੌੜੇ ਫਿਰ ਰਹੇ ਨੇ ਨਾਲ, ਉਹਨਾਂ ਉੱਤੇ ਹੀ ਸਾਰਾ ਕੁਝ ਮੜ ਕੇ ਇਹਦੇ ਉੱਤੇ ਮਿੱਟੀ ਪੈ ਜਾਣੀ ਆ। ਪਰ ਜੇਕਰ ਕਿਤੇ ਸਿੱਧੂ ਮੂਸੇਵਾਲੇ ਦੇ ਪਿਤਾ ਜੀ ਇੰਡੀਪੈਂਡੈਂਟਲੀ ਚੋਣ ਲੜਦੇ ਤਾਂ ਇਹ ਕਹਾਣੀ ਕੁਝ ਹੋਰ ਹੋਣੀ ਸੀ ਸੁਖਵਿੰਦਰ ਵੀਰ। ਸੰਗਰੂਰ ਵਾਲੀ ਉਪਚੋਣ ਦੇ ਵਿੱਚ ਕਾਂਗਰਸ ਨੇ ਆਪਣਾ ਇੱਕ ਗੀਤ ਜਾਰੀ ਕੀਤਾ ਸਮਰ ਸਾਹਿਬ, ਉਹਦੇ ਵਿੱਚ ਸਿੱਧੂ ਮੂਸੇਵਾਲੇ ਦੇ ਕਤਲ ਦਾ ਵੀ ਜ਼ਿਕਰ ਕੀਤਾ ਗਿਆ। ਮੈਂ ਉੱਥੋਂ ਦੇ ਜਿਹੜੇ ਉਮੀਦਵਾਰ ਨੇ ਕਾਂਗਰਸ ਦੇ ਗੋਲਡੀ, ਉਹਨਾਂ ਨੂੰ ਸੁਣ ਰਿਹਾ ਸੀ। ਉਹ ਕਹਿ ਰਹੇ ਸੀ ਕਿ ਮੂਸੇਵਾਲੇ ਦਾ ਕਤਲ ਹੋਇਆ, ਪੰਜਾਬ 'ਚ ਮਾਹੌਲ ਬਹੁਤ ਖਰਾਬ ਹੈ, ਪਰ ਉਹ ਕਹਿੰਦੇ ਕਿ ਅਸੀਂ ਸਿੱਧੂ ਮੂਸੇਵਾਲਾ ਦੇ ਨਾਮ ਦੇ ਉੱਤੇ ਵੋਟ ਨਹੀਂ ਮੰਗ ਰਹੇ, ਨਾ ਇਸ ਮੁੱਦੇ ਨੂੰ ਕੈਸ਼ ਕਰਨ ਦੀ ਕੋਸ਼ਿਸ਼ ਆ। ਸਿਮਰਨਜੀਤ ਸਿੰਘ ਮਾਨ ਆਪਣੇ ਤਰੀਕੇ ਦੇ ਨਾਲ ਚੋਣ ਪ੍ਰਚਾਰ ਕਰ ਰਹੇ ਨੇ, ਕਿਉਂਕਿ ਉਹਨਾਂ ਨੂੰ ਵੀ ਇੱਕ ਹੁੰਗਾਰਾ ਮਿਲਿਆ। ਇਸ ਵੇਲੇ ਮਜ਼ਬੂਤੀ ਦੇ ਵਿੱਚ ਨਜ਼ਰ ਆ ਰਹੇ ਨੇ। ਜਿਸ ਤਰੀਕੇ ਦੇ ਨਾਲ ਸਿੱਧੂ ਮੂਸੇਵਾਲਾ ਨੇ ਉਹਨਾਂ ਨੂੰ ਆਪਣੀ ਮੌਤ ਤੋਂ ਇੱਕ ਦਿਨ ਪਹਿਲਾਂ ਉਹਨਾਂ ਦੇ ਜਿਹੜੇ ਨੁਮਾਇੰਦੇ ਨੇ ਉਹਨਾਂ ਨਾਲ ਮੁਲਾਕਾਤ ਹੋਈ ਸੀਗੀ। ਬਹੁਤ ਕੁਝ ਇਹੋ ਜਿਹਾ। ਅਕਾਲੀ ਦਲ ਤਾਂ ਚਲੋ ਬੈਕਫੁੱਟ ਤੇ ਨਜ਼ਰ ਆ ਹੀ ਰਿਹਾ ਇਸ ਸਭ ਦੇ ਵਿੱਚ। ਦੇਖੋ ਸੁਖਵਿੰਦਰ, ਇੱਥੇ ਦੋ ਤਿੰਨ ਗੱਲਾਂ ਨੇ। ਗੋਲਡੀ ਜਿੰਨਾ ਮਰਜ਼ੀ ਬੋਲੀ ਜਾਵੇ ਕਿ ਅਸੀਂ ਸਿੱਧੂ ਮੂਸੇਵਾਲੇ ਦੇ ਨਾਂ ਦੇ ਉੱਪਰ ਵੋਟਾਂ ਨਹੀਂ ਲੈ ਰਹੇ, ਪਰ ਮੈਂ ਤੁਹਾਨੂੰ ਦੱਸਦਾ ਕਿ ਸੰਗਰੂਰ ਜ਼ਿਮਨੀ ਚੋਣ ਸਿੱਧੂ ਮੂਸੇਵਾਲੇ ਦੀ ਲਾਸ਼ ਦੇ ਉੱਪਰ ਹੀ ਲੜੀ ਜਾ ਰਹੀ। ਕਿਸੇ ਤਰੀਕੇ ਨਾਲ ਉਹਨੂੰ ਕਰ ਲੈਣ। ਅੱਜ ਗਾਣਾ ਕੱਢਿਆ ਕਾਂਗਰਸ ਵਾਲਿਆਂ ਨੇ, ਤੇ ਫਿਰ ਸਿੱਧੂ ਮੂਸੇਵਾਲੇ ਦਾ ਨਾਂ ਲੈ ਕੇ ਕਿਉਂ ਕੀਤਾ? ਹੋਰ ਵੀ ਤਾਂ ਘਟਨਾਵਾਂ ਪੰਜਾਬ ਦੇ ਵਿੱਚ ਪਿਛਲੇ ਦਿਨਾਂ ਵਿੱਚ ਹੋਏ ਨੇ। ਆਪਣੇ ਕਬੱਡੀ ਪਲੇਅਰ ਕਿੱਡਾ ਮਾਰਿਆ ਗਿਆ, ਹੋਰ ਕਿੰਨੀਆਂ ਵਾਰਦਾਤਾਂ ਹੋਈਆਂ ਨੇ, ਉਹਨਾਂ ਦਾ ਤਾਂ ਜ਼ਿਕਰ ਨਹੀਂ ਹੈਗਾ ਮੈਨੂੰ ਲੱਗਦਾ ਉਸ ਗਾਣੇ ਵਿੱਚ। ਕਿਸਾਨਾਂ ਵੱਲੋਂ ਵੀ ਜਿਹੜੀ ਸਿੱਧੂ ਮੂਸੇਵਾਲੇ ਦੀ ਗੱਲ ਕੀਤੀ ਗਈ ਆ ਜਾਂ ਗੋਲਡੀ ਦੀ ਗੱਲ ਕੀਤੀ ਗਈ ਆ, ਕਿਸਾਨੀ ਨੂੰ ਜੋੜਨ ਲਈ ਜ਼ਰੂਰ ਕੋਸ਼ਿਸ਼ ਕੀਤੀ ਆ। ਮੈਂ ਵੀ ਥੋੜਾ ਜਿਹਾ ਦੇਖਿਆ ਸੀ ਐਂਡ ਵਿੱਚ ਕਿਸਾਨ ਨੇਤਾ ਸ਼ਾਇਦ ਉਹ ਸੰਯੁਕਤ ਕਿਸਾਨ ਮੋਰਚੇ ਦੀ ਕੋਈ ਪੁਰਾਣੀ ਵੀਡੀਓ ਯੂਜ਼ ਕੀਤੀ ਗਈ ਆ। ਸੋ ਇਹਨਾਂ ਨੇ ਪ੍ਰੋਪਰਲੀ ਇੱਕ ਪੋਲੀਟੀਕਲ ਜਿਹੜਾ ਇੱਕ ਰਾਜਨੀਤੀ ਹੁੰਦੀ ਹੈ ਨਾ, ਰਾਜਨੀਤੀਕਰਨ ਕਰ ਦੇਣਾ ਹੁੰਦਾ ਕਿਸੇ ਚੀਜ਼ ਦਾ, ਉਹਨੂੰ ਪੂਰੇ ਦੇ ਪੂਰੇ ਤਰੀਕੇ ਨਾਲ ਕਾਂਗਰਸ ਆਈ ਵਰਤ ਰਹੀ ਆ। ਔਰ ਉਹਨਾਂ ਕੋਲੇ ਇਸ ਗੱਲ ਦਾ ਜਵਾਬ ਨਹੀਂ ਹੋਏਗਾ ਕਿ ਜੇ ਤੁਸੀਂ ਸਿੱਧੂ ਮੂਸੇਵਾਲੇ ਨੂੰ ਆਪਣੇ ਚੋਣ ਪ੍ਰਚਾਰ ਦੇ ਗੀਤ ਵਿੱਚ ਵਰਤਣਾ ਸੀ ਤਾਂ ਇਹ ਵੀ ਜਾਂਦੇ ਜਾਂਦੇ ਜਵਾਬ ਦੇ ਜਾਓ ਕਿ ਸਿੱਧੂ ਮੂਸੇਵਾਲਾ ਆਪਣੀ ਜ਼ਿੰਦਗੀ ਦੇ ਆਖਰੀ ਦਿਨ ਤੁਹਾਡੀ ਪਾਰਟੀ ਨੂੰ ਜਵਾਬ ਦੇ ਕੇ ਸਿਮਰਨਜੀਤ ਸਿੰਘ ਮਾਨ ਦੀ ਸਪੋਰਟ ਲਈ ਕਿਉਂ ਜਾ ਰਿਹਾ ਸੀ। ਇਹਦਾ ਜਵਾਬ ਰਾਜਾ ਵੜਿੰਗ ਕੋਲੇ ਵੀ ਨਹੀਂ ਹੋਣਾ ਤੇ ਗੋਲਡੀ ਸਾਹਿਬ ਕੋਲੇ ਵੀ ਨਹੀਂ ਹੋਣਾ। ਔਰ ਜਿੱਥੋਂ ਤੱਕ ਗੱਲ ਚੱਲ ਰਹੀ ਆ ਅਕਾਲੀ ਦਲ ਦੀ, ਬੀਬੀ ਰਾਜੋਆਣਾ ਦੀ, ਕਿ ਉਹ ਰਾਜੋਆਣਾ ਸਾਹਿਬ ਦੀ ਸਿਸਟਰ ਨੇ, ਇਹ ਵੀ ਗੱਲ ਨਿਕਲ ਕੇ ਆਈ ਆ ਕਿ ਉਹ ਰਾਜੋਆਣਾ ਦੀ ਸਕੀ ਭੈਣ ਨਹੀਂ ਹੈ। ਉਹ ਕਿਸੇ ਦੋਸਤ ਵੱਲੋਂ, ਦੋਸਤ ਦੀ ਭੈਣ ਸੀ, ਅੱਗੋਂ ਰਾਜੋਆਣੇ ਨੇ ਜੇਲ੍ਹ ਤੋਂ ਜਾਣ ਤੋਂ ਬਾਅਦ ਉਹਨਾਂ ਨੂੰ ਭੈਣ ਮੰਨਿਆ। ਸੋ ਆਪਾਂ ਇਹ ਵੀ ਗੱਲ ਮੰਨੀ ਜਾ ਸਕਦੀ ਆ ਕਿ ਪੋਲਿਟਿਕਸ ਵਿੱਚ ਆਉਣ ਲਈ ਰਾਜੋਆਣੇ ਦੇ ਮੋਢੇ ਨੂੰ ਵਰਤਿਆ ਜਾ ਰਿਹਾ ਔਰ ਉਸੇ ਮੋਢੇ ਨੂੰ ਅੱਜ ਅਕਾਲੀ ਦਲ ਬਾਦਲ ਵਰਤ ਰਿਹਾ, ਜਿਸ ਦੇ ਖਿਲਾਫ ਉਹ ਖੁਦ ਅਦਾਲਤਾਂ ਦੇ ਵਿੱਚ ਆਪਣੇ ਜਾ ਕੇ ਉਹਨਾਂ ਦੇ ਵਕੀਲ ਬੋਲਦੇ ਰਹੇ ਨੇ। ਅੱਜ ਰਾਜੋਆਣੇ ਦੀ ਭੈਣ ਉਹਨਾਂ ਦੇ ਉਮੀਦਵਾਰ ਬਣ ਗਈ ਹੈ। ਸੋ ਰਾਜਨੀਤੀ ਕੌਣ ਨਹੀਂ ਕਰ ਰਿਹਾ ਇਸ ਵੇਲੇ। ਔਰ ਸਿਮਰਨਜੀਤ ਸਿੰਘ ਮਾਨ ਦੀ ਗੱਲ ਜੇਕਰ ਕਰੀਏ, ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਹੋ ਰਹੀ ਆ, ਤੇ ਜੇਕਰ ਅੱਜ ਸਾਡੇ ਵਿੱਚ ਕੋਈ ਬੰਦੀ ਸਿੰਘ ਐਕਟਿਵਲੀ ਕੰਮ ਕਰ ਰਿਹਾ, ਉਹ ਖੁਦ ਸਿਮਰਨਜੀਤ ਸਿੰਘ ਮਾਨ ਹੈਗਾ। 4-5 ਸਾਲ ਜਿਸ ਤਰੀਕੇ ਨਾਲ ਇਹਨਾਂ ਨੇ ਗਵਰਨਮੈਂਟ ਏਜੰਸੀਜ਼ ਦੇ ਟਾਰਚਰ ਸਹੇ ਨੇ, ਇੱਕ IPS ਆਫੀਸਰ ਨਾਲ ਕਿਸ ਤਰੀਕੇ ਨਾਲ ਦਰਿੰਦਗੀ ਭਰੇ ਅਤਿਆਚਾਰ ਸਾਡੀਆਂ ਫੋਰਸਿਸ ਨੇ ਕੀਤੇ ਨੇ, ਉਹਦੀ ਜਿਉਂਦੀ ਜਾਗਦੀ ਮਿਸਾਲ ਸਿਮਰਨਜੀਤ ਸਿੰਘ ਮਾਨ ਹੈਗੇ ਨੇ। ਔਰ ਉਹ ਖੁਦ ਉਮੀਦਵਾਰ ਹੈਗੇ ਨੇ। ਜੇ ਬੰਦੀ ਸਿੰਘਾਂ ਦੀ
ਗੱਲ ਹੀ ਕਰਨੀ ਆ ਪਾਰਲੀਮੈਂਟ ਵਿੱਚ ਜਾ ਕੇ, ਤੇ ਫਿਰ ਤਾਂ ਮੇਰੇ ਹਿਸਾਬ ਨਾਲ ਸਿਮਰਨਜੀਤ ਸਿੰਘ ਮਾਨ ਜ਼ਿਆਦਾ ਵਧੀਆ ਤਰੀਕੇ ਨਾਲ ਕਰ ਸਕਦੇ ਨੇ। ਔਰ ਜਿੱਥੋਂ ਤੱਕ ਗੱਲ ਆ ਰਹੀ ਹੈ ਤੁਹਾਡੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ, ਉਹ ਤਾਂ ਸੁਣਿਆ ਕਿ ਉਹਨਾਂ ਨੂੰ ਬੜਾ ਮਤਲਬ ਬੁਰੇ ਤਰੀਕੇ ਨਾਲ ਲੋਕ ਜਿਹੜੇ ਆਮ ਆਦਮੀ ਪਾਰਟੀ ਦੇ ਸਮਰਥਕ ਨੇ, ਉਹ ਹੀ ਬੜੇ ਟੇਢੇ ਹੱਥੀਂ ਲੈ ਰਹੇ ਨੇ ਕਿ ਜੀ ਅਸੀਂ ਬੜੇ ਚਾਅ ਨਾਲ 92 ਸੀਟਾਂ ਦਿੱਤੀਆਂ ਸੀ, ਪਰ ਸਾਨੂੰ ਤਾਂ ਤੁਹਾਡੇ ਲੋਕ ਸੁਣਨੋਂ ਹੀ ਗਏ, ਅਸੀਂ ਤਾਂ ਦਰਕਨਾਰ ਕਰ ਦਿੱਤੇ ਗਏ ਆ। ਔਰ ਅੱਜ ਦੂਜੀਆਂ ਪਾਰਟੀਆਂ ਦੇ ਬੰਦੇ ਅੱਗੇ ਹੋ ਕੇ ਦਲਾਲੀਆਂ ਖਾ ਰਹੇ ਨੇ, ਔਰ ਜਿਹੜਾ ਆਮ ਆਦਮੀ ਪਾਰਟੀ ਦਾ ਵਰਕਰ ਸੀ ਉਹਨੂੰ ਬਿਲਕੁਲ ਨਕਾਰ ਦਿੱਤਾ ਗਿਆ। ਔਰ ਉਹਨਾਂ ਦੇ ਉੱਪਰ ਜੇ ਕੋਈ ਬਿਠਾਇਆ ਵੀ ਗਿਆ ਤਾਂ ਕੋਈ ਬਾਹਰੋਂ ਲਿਆ ਕੇ ਲੀਡਰ ਬਿਠਾ ਦਿੱਤਾ ਗਿਆ, ਲੋਕਲ ਲੀਡਰ ਵੀ ਨਹੀਂ ਹੈਗਾ ਜੋ ਉਹਨਾਂ ਦੀਆਂ ਮੁਸ਼ਕਲਾਂ ਸੁਣ ਲਈ ਹੈਗਾ। ਸੋ ਇਹਨਾਂ ਹਾਲਾਤਾਂ ਵਿੱਚ ਅਕਾਲੀ ਦਲ ਬਾਦਲ ਤਾਂ ਕਿਤੇ ਨਜ਼ਰ ਹੀ ਨਹੀਂ ਆ ਰਿਹਾ ਮੈਨੂੰ ਕਿ ਉਹ ਜਿੱਤੇਗੀ। ਔਰ ਜੇ ਬੀਬੀ ਰਾਜੋਆਣਾ ਤਾਂ ਧਰਮ ਦੀ ਲੜਾਈ ਲੜ ਰਹੀ ਸੀ, ਤੇ ਆਪ ਹੀ ਤਾਂ ਸਾਰੇ ਕਹਿੰਦੇ ਨੇ ਸਿੱਖ ਪੋਲੀਟੀਸ਼ੀਅਨ ਕਿ ਜੇ ਧਰਮ ਦੀ ਲੜਾਈ ਲੜਨੀ ਹੈ ਤਾਂ ਧਰਮ ਦੀ ਲੜਾਈ ਲੜੋ, ਫਿਰ ਉਹ ਐਕਟਿਵ ਪੋਲਿਟਿਕਸ ਵਿੱਚ ਕਿਉਂ ਆਉਂਦੀ ਹੈਗੀ ਆ? ਉਹਨੂੰ ਐਕਟਿਵ ਪੋਲਿਟਿਕਸ ਵਿੱਚ ਆਉਣਾ ਹੀ ਨਹੀਂ ਚਾਹੀਦਾ। ਪਰ ਉਹ ਬੰਦੀ ਸਿੰਘਾਂ ਦੀ ਲੜਾਈ ਲੜਨੀ ਆ, ਜੇ ਬੰਦੀ ਸਿੰਘਾਂ ਦੀ ਲੜਾਈ ਲੜਨੀ ਹੈ ਫਿਰ ਸਿਮਰਜੀਤ ਸਿੰਘ ਮਾਨ ਦੀ ਸਪੋਰਟ ਕਰੋ। ਫਿਰ ਤੁਸੀਂ ਕਿਉਂ ਅੱਡੋ ਅੱਡ ਖੜੇ ਹੋ? ਫਿਰ ਤਾਂ ਪੰਥਕ ਜਥੇਬੰਦੀਆਂ ਸਾਰੇ ਇੱਕ ਹੋ ਕੇ ਕੰਮ ਕਰਨ। ਫਿਰ ਤਾਂ ਬੀਬੀ ਰਾਜੋਆਣਾ ਨੂੰ ਵੀ ਸਰੈਂਡਰ ਕਰ ਦੇਣਾ ਚਾਹੀਦਾ, ਕਿਉਂਕਿ ਉਹ ਖੁਦ ਤਾਂ ਬੰਦੀ ਸਿੰਘ ਹੈ ਨਹੀਂ, ਉਹਦਾ ਇੱਕ ਮੂੰਹ ਬੋਲਿਆ ਭਰਾ ਬੰਦੀ ਸਿੰਘ ਹੈਗਾ, ਤੇ ਬੰਦੀ ਸਿੰਘ ਦੀ ਸਪੋਰਟ ਕਰੋ। ਪਰ ਰਾਜਨੀਤੀ ਕਰਨੀ ਆ, ਧਰਮ ਦੀ ਲੜਾਈ ਧਰਮ ਦੇ ਨਾਲ ਹੋਣੀ ਚਾਹੀਦੀ ਆ, ਉਹ ਕੋਈ ਨਹੀਂ ਕਰ ਰਿਹਾ ਹੈਗਾ। ਔਰ ਕਾਂਗਰਸ ਵਾਲੇ ਸਿੱਧੂ ਮੂਸੇਵਾਲੇ ਦੀ ਕਤਲ ਨੂੰ ਆਪਣਾ ਹਥਿਆਰ ਬਣਾ ਕੇ ਬਟੋਰ ਰਹੇ ਨੇ। ਔਰ ਭਗਵੰਤ ਮਾਨ ਜੋ ਕਰਨਾ ਚਾਹੁੰਦੇ ਸੀ ਕਿ ਮੂੰਗੀ ਦੀ ਮੈਂ MSP ਦਿੱਤੀ ਸੀ, ਮੂੰਗੀ ਦੀ MSP ਸਰਕਾਰ ਨੇ 480 ਰੁਪਏ ਹੋਰ ਵਧਾ ਦਿੱਤੀ ਹੈ, 7700 ਤੋਂ ਉੱਤੇ ਚਲੀ ਗਈ ਹੈ। ਲੇਕਿਨ ਖਰੀਦ ਜਿਹੜੀ ਮੂੰਗੀ ਦੀ ਹੋ ਰਹੀ ਹੈ ਉਹਦੇ ਨਾਲ ਲੱਗਦਾ ਕਿ ਸ਼ਾਇਦ ਭਗਵੰਤ ਮਾਨ ਨੂੰ ਇੱਕ ਹੁਲਾਰਾ ਮਿਲੇ। ਕਿਸਾਨੀ ਜਿਹੜੀ ਵੋਟ ਹੈਗੀ ਆ, ਖਾਸ ਕਰਕੇ ਜੱਟ ਭਾਈਚਾਰੇ ਦੀ, ਮੂੰਗੀ ਜਿਉਂ ਚੱਕੀ ਜਾਏਗੀ ਉਹ ਆਮ ਆਦਮੀ ਪਾਰਟੀ ਦੇ ਸਾਈਡ ਤੇ ਆਏਗੀ। ਔਰ ਜਦੋਂ ਕੋਈ ਸਰਕਾਰ ਦੇ ਵਿੱਚ ਪਾਰਟੀ ਬੈਠੀ ਹੁੰਦੀ ਆ ਉਹਦੇ ਲਈ ਹਮੇਸ਼ਾ ਐਜ ਹੁੰਦੀ ਆ, ਕਿਉਂਕਿ ਸਰਕਾਰੀ ਏਜੰਸੀਆਂ ਉਹਦੇ ਲਈ ਕੰਮ ਕਰ ਰਹੀਆਂ ਹੁੰਦੀਆਂ ਨੇ। ਸੋ ਉਹਨੂੰ ਹਰਾਉਣਾ, ਉਹ ਵੀ ਪਾਰਲੀਮੈਂਟ ਸੀਟ ਵਿੱਚ, ਉਹ ਮਤਲਬ ਅਮੂਮਨ ਮੰਨਿਆ ਜਾਂਦਾ ਹੁੰਦਾ ਕਿ ਨਾਮੁਮਕਿਨ ਹੁੰਦਾ। ਪਰ ਫਿਰ ਵੀ ਇਹ ਮੁਮਕਿਨ ਕੋਈ ਕਰ ਜੇਗਾ ਤਾਂ ਬਹੁਤ ਵੱਡੀ ਗੱਲ ਹੋਏਗੀ। ਬਟ ਫਿਲਹਾਲ ਆਮ ਆਦਮੀ ਪਾਰਟੀ ਹਲੇ 3 ਮਹੀਨੇ ਹੋਏ ਨੇ ਉਹਨੂੰ, ਤੇ ਲੱਗ ਨਹੀਂ ਰਿਹਾ ਕਿ ਆਮ ਆਦਮੀ ਪਾਰਟੀ ਕਿਸੇ ਪਾਸਿਓਂ ਹਲੇ ਹਾਰਦੀ ਨਜ਼ਰ ਆ ਰਹੀ ਹੈ। ਕੰਪੀਟੀਸ਼ਨ ਜ਼ਰੂਰ ਵੱਧ ਰਿਹਾ ਹੈਗਾ, ਬਟ ਸਰਕਾਰਾਂ ਕੁਛ ਨਾ ਕੁਛ ਕਰ ਹੀ ਜਾਂਦੀਆਂ ਨੇ। ਔਰ ਭਗਵੰਤ ਮਾਨ ਹੋਣਾ ਦੀ ਸਰਕਾਰ ਵੀ ਉਹੀ ਪੁਰਾਣੀ ਰਵਾਇਤੀ ਪਾਰਟੀਆਂ ਵਾਲੀ ਪੋਲਿਟਿਕਸ ਦੇ ਉੱਪਰ ਹੀ ਕੰਮ ਕਰ ਰਹੀ ਹੈ। ਸੋ ਅਸੀਂ ਆਸ ਰੱਖਦੇ ਹਾਂ ਕਿ ਰਵਾਇਤੀ ਪਾਰਟੀਆਂ ਦੇ ਪੁਰਾਣੇ ਹੱਥ ਕੰਡੇ ਅਪਣਾ ਕੇ ਇਹ ਪਾਰਲੀਮੈਂਟਰੀ ਸੀਟ ਵੀ ਆਪਣੇ ਹਿੱਸੇ ਪਾ ਜਾਣਗੇ। ਸੁਖਵਿੰਦਰ ਜੀ, ਜਿਵੇਂ ਤੁਸੀਂ ਕਹਿ ਰਹੇ ਸੀ ਕਿ ਇਹ ਚਲੋ ਵੋਟ ਪਰਸੈਂਟ ਉੱਪਰ ਨੀਚੇ ਹੋ ਜੇ, ਆਮ ਆਦਮੀ ਪਾਰਟੀ ਜਿੱਤ ਵੀ ਸਕਦੀ ਹੈ, ਸੰਭਾਵਨਾਵਾਂ ਬਹੁਤ ਨੇ ਇਹੋ ਜੀਆਂ। ਇਹਨਾਂ ਨੇ ਆਪਣੀ ਪੂਰੀ ਵਾਹ ਲਾਈ ਹੋਈ ਹੈ, ਮੰਤਰੀ ਸਾਰੇ MLA ਸਭ ਦੀਆਂ ਡਿਊਟੀਆਂ ਉੱਥੇ ਡੋਰ ਟੂ ਡੋਰ ਪ੍ਰਚਾਰ ਕਰ ਰਹੇ ਨੇ। ਜਿਵੇਂ ਉਹ ਗੱਲ ਕਿ ਅਸੀਂ ਸਾਰਾ ਕੰਮ ਜਾ ਕੇ ਪਿੰਡਾਂ ਦੇ ਵਿੱਚ ਕਰਨਾ ਹੈ, ਤੇ ਉਹ ਬਾਅਦ ਵਿੱਚ ਚੰਡੀਗੜ੍ਹ ਹਾਜ਼ਰੀਆਂ ਲਵਾਉਣ ਲੱਗ ਗਏ ਲੋਕਾਂ ਦੀਆਂ। ਤੇ ਹੁਣ ਪਿੰਡਾਂ ਦੇ ਵਿੱਚ ਮਾਹੌਲ ਤੋਂ ਬਾਅਦ ਥੋੜਾ ਜਿਹਾ ਬਾਹਰ ਨੂੰ ਨਿਕਲਣ ਲੱਗੇ ਨੇ, ਪਰ ਉਹ ਵੀ ਆਪਣੀ ਲੋੜ ਦੇ ਮੁਤਾਬਕ। ਮੈਂ ਧਿਆਨ ਦਿਵਾਉਣਾ ਚਾਹੁੰਦਾ ਸੀ ਕਿ ਸਾਧੂ ਸਿੰਘ ਧਰਮਸੋਤ ਦਾ ਮਾਮਲਾ ਵੀ ਇਸ ਚੋਣ ਦੇ ਵਿੱਚ ਮੁੱਦਾ ਬਣਿਆ ਹੋਇਆ ਕਿ ਦੇਖੋ ਜੀ ਅਸੀਂ ਮੰਤਰੀ ਟੰਗ ਤੇ, ਅਸੀਂ ਹੋਰ ਵੀ ਅੱਗੋਂ ਟੰਗਣੇ ਨੇ। ਤ੍ਰਿਪਤ ਬਾਜਵਾ ਦੀ ਗੱਲ ਆਉਂਦੀ ਹੈ, ਉਹ ਤਾਂ ਕਹਿੰਦੇ ਕਿ ਮੇਰਾ ਤਾਂ ਕੋਈ ਕਸੂਰ ਨਹੀਂ ਹੈ, ਐਵੇਂ ਇਹਨਾਂ ਨੇ ਮਸਲੇ ਨੂੰ ਆਪਣੀ ਚੋਣ ਜਿਹੜਾ ਮੈਦਾਨ ਹੈ ਉਹਨੂੰ ਭਖਾਉਣ ਦੇ ਲਈ ਕੀਤਾ। ਉਧਰੋਂ ਇੱਕ ਹੋਰ ਭਾਰਤ ਭੂਸ਼ਣ ਆਸ਼ੂ ਦੀ ਗੱਲ ਚੱਲ ਰਹੀ ਹੈ, ਰਾਜਾ ਵੜਿੰਗ ਦਾ ਵੀ ਨਾਮ ਕਿਤੇ ਕਿਤੇ ਸਾਹਮਣੇ ਆ ਰਿਹਾ ਰਿਪੋਰਟਾਂ ਦੇ ਵਿੱਚ ਕਿ ਉਹਨਾਂ ਨੂੰ ਲੈ ਕੇ ਵੀ ਸ਼ਿਕੰਜਾ ਕੱਸਿਆ ਜਾਣਾ ਆ। ਹੁਣ ਕਹਿੰਦੇ ਜਿਹੜੇ ਮੈਂ ਜਿਵੇਂ ਧਰਮਸੋਤ ਹੋਰਾਂ ਦੀ ਗੱਲ ਕੀਤੀ ਕਿ ਡਿਸਟ੍ਰਿਕਟ ਫੋਰੈਸਟ ਅਫਸਰ ਜਿਹੜੇ ਜੰਗਲਾਤ ਅਧਿਕਾਰੀ ਸੀਗੇ ਜਿਨ੍ਹਾਂ ਦੀਆਂ ਬਦਲੀਆਂ ਕੀਤੀਆਂ, ਉਹਨਾਂ ਨੂੰ ਵੀ ਤਲਬ ਕੀਤਾ ਗਿਆ ਕਿ ਆਓ ਭਾਈ ਦੱਸੋ ਕਿੰਨਾ ਕਿੰਨਾ ਪੈਸਾ ਕਿੰਨੇ ਕਿੰਨਾ ਦਿੱਤਾ ਤੇ ਕਿਵੇਂ ਕਿਵੇਂ ਗਿਆ। ਉਹ ਸਾਹਮੋ ਸਾਹਮਣੇ ਬਹਿ ਕੇ ਕਹਿੰਦੇ ਸਵਾਲ ਹੋਣਗੇ। ਦੇਖੋ ਸੁਖਵਿੰਦਰ, ਧਰਮਸੋਤ ਵਾਲੀ ਜਿਹੜੀ ਗੱਲ ਹੈਗੀ ਆ, ਉਹ ਸਰਕਾਰ ਕਹਿ ਤਾਂ ਰਹੀ ਆ ਕਿ ਅਸੀਂ ਬਹੁਤ ਕੁਝ ਕਰ ਰਹੇ ਹਾਂ, ਪਰ ਐਂਡ ਆਫ ਦਾ ਡੇ ਉਹਦੇ ਵਿੱਚ ਮੈਨੂੰ ਤੁਸੀਂ ਦੱਸੋ ਵੀ DFO ਨੂੰ ਬੁਲਾ ਲਿਆ, ਮੈਂ DFO ਆ, ਤੁਸੀਂ ਇਨਵੈਸਟੀਗੇਸ਼ਨ ਆਫੀਸਰ ਆ, ਤੁਸੀਂ ਮੈਨੂੰ ਬੁਲਾ ਲਿਆ ਕਿ ਦੱਸੋ ਤੁਸੀਂ ਧਰਮਸੋਤ ਨੂੰ ਕਿੰਨੇ ਪੈਸੇ ਦਿੱਤੇ ਨੇ, ਮੈਂ ਦੱਸੂਗਾ। ਕਿਉਂਕਿ ਮੈਂ ਜੇ ਦੱਸੂਗਾ ਤਾਂ ਮੈਂ ਵੀ ਰਿਸ਼ਵਤ ਦੇਣ ਵਾਲਾ ਬਣਦਾ, ਮੇਰੇ ਤੇ ਵੀ ਉਹੀ ਪਰਚਾ ਬਣਦਾ ਹੈਗਾ। ਕਦੇ ਨਹੀਂ ਕੋਈ ਦੱਸਦਾ, ਨਾ ਕੋਈ ਮੰਨੇ। ਔਰ ਉਹਨਾਂ ਕੋਲੇ ਕੋਈ ਹਾਲ ਤੱਕ ਇਹੋ ਜਿਹਾ ਸਬੂਤ ਹੈ ਨਹੀਂ ਕਿ ਧਰਮਸੋਤ ਦੇ ਉੱਪਰ ਕੋਈ ਚਾਰਾਜੋਈ ਇਹੋ ਜਿਹੀ ਬਣਦੀ ਹੋਵੇ ਕਿ ਉਹਨੂੰ ਰਿਸ਼ਵਤ ਲੈਂਦੇ ਹੱਥੀ ਰੰਗੇ ਹੱਥੀ ਫੜਿਆ। ਜਾਂ ਜਿਹੜੇ DFO ਨੂੰ ਵੀ ਅਰੈਸਟ ਕੀਤਾ ਗਿਆ ਸੰਧੂ ਸਾਹਿਬ ਦੀ ਕੰਪਲੇਂਟ ਦੇ ਉੱਪਰ, ਉਹ ਤਾਂ ਸਿਰਫ ਧਮਕਾਉਣ ਦੇ ਉੱਤੇ ਹੀ ਉਹਨੂੰ ਫੜ ਲਿਆ ਗਿਆ। ਉਹਨੂੰ ਕੋਈ ਰਿਸ਼ਵਤ, ਜਿਹੜਾ ਐਂਟੀ ਕਰਪਸ਼ਨ ਐਕਟ ਹੈਗਾ ਉਹਦੇ ਵਿੱਚ ਰੰਗੇ ਹੱਥੀ ਫੜੇ ਜਾਣਾ ਬਹੁਤ ਲਾਜ਼ਮੀ ਹੁੰਦਾ। ਔਰ ਇਹੋ ਜਿਹੀ ਤਾਂ ਕੋਈ ਕਾਰਵਾਈ ਹੋਈ ਨਹੀਂ ਹੈਗੀ। ਠੇਕੇਦਾਰ ਦੀ ਡਾਇਰੀ ਮਿਲੀ ਆ, ਡਾਇਰੀ ਵਿੱਚ ਨਾਮ ਹੈਗੇ ਆ। ਹੁਣ ਉਹ ਨਾਮ ਕੀ ਕੁਝ ਨਿਕਲਦਾ ਖਾਤਿਆਂ ਚੋਂ, ਅਦਾਲਤਾਂ ਵਿੱਚ ਕੀ ਪੇਸ਼ ਹੁੰਦਾ,
ਇਹ ਬੜੀ ਵੱਡੀ ਗੱਲ ਸਾਹਮਣੇ ਆ ਰਹੀ ਹੈ ਕਿ ਧਰਮ ਸੋਤ ਨੂੰ ਪੜ੍ਹ ਤਾਂ ਲਿਆ ਪਰ ਛੱਡ ਦੇਣਗੇ ਜਾਂ ਉਹ ਨਿਕਲ ਜਾਏਗਾ। ਬਿਲਕੁਲ ਉਸੇ ਤਰੀਕੇ ਨਾਲ ਜਿਵੇਂ ਆਪਣੇ ਹੈਲਥ ਮਿਨਿਸਟਰ ਨੂੰ ਬਿਠਾਈ ਬੈਠੇ ਨੇ ਜੁਡੀਸ਼ੀਅਲ ਰਿਮਾਂਡ ਦੇ ਉੱਪਰ। ਜੁਡੀਸ਼ੀਅਲ ਰਿਮਾਂਡ ਦਾ ਮਤਲਬ ਕੀ ਹੁੰਦਾ ਕਿ ਪੁਲਿਸ ਨੇ ਹੁਣ ਕੋਈ ਤਹਿਕੀਕਾਤ ਨਹੀਂ ਕਰਨੀ, ਹੁਣ ਤਾਂ ਸਿਰਫ ਚਲਾਨ ਪੇਸ਼ ਕਰਨ ਦੇ ਵਿੱਚ ਹੀ ਦੇਰੀ ਹੋ ਰਹੀ ਆ। ਉਹ ਚਲਾਨ ਪੇਸ਼ ਕਰਨ ਦਾ ਜਿਹੜਾ ਸਮਾਂ ਹੁੰਦਾ ਉਹਦੇ ਵਿੱਚ ਉਹਨਾਂ ਨੇ ਦੇਰੀ ਕਰ ਦੇਣੀ ਹੈ ਤੇ ਪੁਲਿਸ ਅਦਾਲਤ ਨੇ ਉਹਨੂੰ ਜ਼ਮਾਨਤ ਤੇ ਬਾਹਰ ਕੱਢ ਦੇਣਾ। ਉਦੋਂ ਤੱਕ ਸੰਗਰੂਰ ਜਿਮਨੀ ਚੋਣ ਬਹੁਤ ਦੂਰ ਜਾ ਚੁੱਕੀ ਹੋਏਗੀ ਔਰ ਇਹ ਚੀਜ਼ਾਂ ਨੇ ਇਸੇ ਤਰੀਕੇ ਨਾਲ ਧਰਮਸੋਤ ਨੇ ਵੀ ਬਾਹਰ ਆ ਜਾਣਾ ਹੈਗਾ। ਔਰ ਜੋ ਕੰਮ ਕਰ ਰਹੇ ਨੇ ਪ੍ਰੋਪਰਲੀ ਜਿਹੜੇ ਕੰਮ ਕਰਨੇ ਬਣਦੇ ਨੇ, ਹੁਣ ਚਾਹੇ ਰੰਧਾਵਾ ਸਾਹਿਬ ਨੂੰ ਤ੍ਰਿਪਤ ਰਜਿੰਦਰ ਬਾਜਵਾ ਨੂੰ ਗੱਲ ਹੋ ਰਹੀ ਆ, ਉਹ ਕਹਿੰਦੇ ਮੈਂ ਸਾਈਨ ਕੀਤੇ ਸੀ। ਸਵਾਲ ਤਾਂ ਇਹ ਵੀ ਉੱਠਦਾ ਨਾ ਕਿ ਆਖਰੀ ਸਮੇਂ ਤੇ ਤੁਹਾਨੂੰ ਕੀ ਲੋੜ ਪੈ ਗਈ ਸੀ ਸਾਈਨ ਕਰਨ ਦੇ ਉੱਤੇ? ਕਿਤੇ ਨਾ ਕਿਤੇ ਲਾਲਚ ਤਾਂ ਤੁਹਾਡਾ ਨਜ਼ਰ ਆਉਂਦਾ। ਆਸ਼ੂ ਦੇ ਉੱਪਰ ਵੀ ਕਾਫੀ ਇਲਜ਼ਾਮ ਨੇ। ਆਸ਼ੂ ਉੱਪਰ ਤਾਂ ਇਹੋ ਜਿਹੇ ਵੀ ਇਲਜ਼ਾਮ ਸੁਣੇ ਨੇ ਕਿ ਇਹਨਾਂ ਨੇ ਇੱਕ ਸੁਸਾਇਟੀ ਬਣਾ ਕੇ ਗਵਰਨਮੈਂਟ ਕਾਲਜ ਲੁਧਿਆਣਾ ਦੀ ਜ਼ਮੀਨ ਵੀ ਦੱਬੀ ਹੋਈ ਹੈ, ਇੱਕ ਅਕੈਡਮੀ ਚੱਲ ਰਹੀ ਹੈ ਸਪੋਰਟਸ ਦੀ, ਉਹ ਕੱਲ ਹੀ ਨਹੀਂ ਕਰ ਰਹੇ। ਪਰ ਸਰਕਾਰ ਕੋਈ ਕੰਮ ਨਹੀਂ ਕਰ ਰਹੀ। ਔਰ ਸਰਕਾਰ ਜਿਹੜੇ ਸਭ ਨੂੰ ਪਤਾ ਕਿ ਕੈਪਟਨ ਅਮਰਿੰਦਰ ਸਿੰਘ ਜਦੋਂ ਆਉਂਦੇ ਨੇ 2002 ਦੇ ਵਿੱਚ ਸੱਤਾ ਦੇ ਵਿੱਚ, ਇਹਨਾਂ ਨੇ ਬਾਦਲਾਂ ਦੇ ਉੱਪਰ ਜ਼ਿਆਦਾ ਜਾਇਦਾਦ ਬਣਾਉਣ ਦੇ ਪਰਚੇ ਕੀਤੇ ਸੀ। ਜੋ ਬਾਦਲਾਂ ਦੀ ਸਰਕਾਰ ਦੇ ਵਿੱਚ ਆ ਕੇ ਕਲੀਨ ਚਿੱਟ ਮਿਲੀ ਆ ਔਰ ਜੋ ਬਾਦਲਾਂ ਨੇ ਇਹਨਾਂ ਦੇ ਉੱਪਰ ਕੈਪਟਨ ਉੱਪਰ ਪਰਚੇ ਕੀਤੇ ਸੀ ਉਹਨਾਂ ਨੂੰ ਕਲੀਨ ਚਿੱਟ ਬਾਅਦ ਵਿੱਚੋਂ ਜਦੋਂ ਹੁਣ ਸਰਕਾਰ ਕੈਪਟਨ ਦੀ ਆਈ ਆ ਉਦੋਂ ਮਿਲੀ ਆ। ਤੇ ਉਹ ਜੇ ਕਲੀਨ ਚਿੱਟਾਂ ਮਿਲੀਆਂ ਨੇ, ਸਰਕਾਰ ਕੋਲੇ ਪੂਰੇ ਹੱਕ ਹੁੰਦੇ ਨੇ। ਮੈਨੂੰ ਤਾਂ ਨਹੀਂ ਲੱਗਦਾ ਕੋਈ ਇਹੋ ਜਿਹੀ ਚੀਜ਼ ਹੈ ਨਹੀਂ ਹਿੰਦੁਸਤਾਨ ਦੇ ਸੰਵਿਧਾਨ ਵਿੱਚ ਕਿ ਜੋ ਕੇਸ ਬੰਦ ਹੋ ਚੁੱਕੇ ਨੇ ਉਹਨਾਂ ਨੂੰ ਦੁਬਾਰਾ ਨਹੀਂ ਖੋਲ੍ਹਿਆ ਜਾ ਸਕਦਾ। ਚਾਹੇ ਉਹ ਆਪਣੇ ਤੁਹਾਡੇ ਇਹਦੀ ਧਰਮਸੋਤ ਦੀਆਂ ਫਾਈਲਾਂ ਨੇ, ਉਹ ਜਿਹੜੀਆਂ ਕੀ ਬੋਲਦੇ ਆ ਤੁਹਾਡੇ ਸਕਾਲਰਸ਼ਿਪਸ ਵਾਲੀਆਂ ਨੇ, ਜਿੱਥੋਂ ਕਲੀਨ ਚਿੱਟ ਦਵਾਈ ਗਈ ਆ, ਜਿਸ ਤਰੀਕੇ ਨਾਲ ਸਾਰਾ ਕੁਝ ਕਰਵਾਇਆ ਗਿਆ, ਉਹ ਦੁਬਾਰਾ ਵੀ ਖੁੱਲ ਸਕਦਾ ਹੈ। ਉਹ ਸਾਹਮਣੇ ਆ ਜਾਣਗੇ ਬੰਦੇ। ਸਰਕਾਰ ਦੀ ਇੰਟੈਂਸ਼ਨ, ਕੰਮ ਕਰਨ ਦੇ ਤਰੀਕੇ ਤੇ ਦਿਖਾਉਣ ਦੇ ਤਰੀਕੇ। ਲੋਕਤੰਤਰ ਨੂੰ ਵੀ ਇਹਨਾਂ ਨੇ ਕਈ ਹਿੱਸਿਆਂ ਵਿੱਚ ਵੰਡਤਾ। ਲੋਕਤੰਤਰ ਇੱਕ ਵੋਟਾਂ ਦਾ ਲੋਕਤੰਤਰ ਆ, ਜਿਹਦੇ ਕੋਲੇ ਜ਼ਿਆਦਾ ਵੋਟਾਂ, ਜਿਹਦੇ ਵੱਲ ਜ਼ਿਆਦਾ ਲੋਕ, ਉਹਦੀ ਗੱਲ ਸੱਚੀ ਆ। ਇਹ ਲੋਕਤੰਤਰ ਨਹੀਂ ਹੈਗਾ। ਲੋਕਤੰਤਰ ਵਾਕਿਆ ਹੀ ਲੋਕਾਂ ਦੇ ਹੱਕ ਲੋਕਾਂ ਤੱਕ ਪਹੁੰਚਣ ਦੀ ਜਦੋਂ ਤੱਕ ਚਾਰਾਜ਼ੋਈ ਨਹੀਂ ਸ਼ੁਰੂ ਹੋਏਗੀ। ਜਿਸ ਲੋਕਤੰਤਰ ਦੀ ਗੱਲ ਭੀਮ ਰਾਓ ਅੰਬੇਦਕਰ ਸਾਹਿਬ ਕਰਦੇ ਸਨ, ਜਿਸ ਲੋਕਤੰਤਰ ਦੀ ਗੱਲ ਪੰਡਿਤ ਨਹਿਰੂ ਕਰਦੇ ਸਨ ਔਰ ਜਿਸ ਲੋਕਤੰਤਰ ਦੀ ਗੱਲ ਦਾ ਅੰਦੇਸ਼ਾ ਸ਼ਹੀਦ ਭਗਤ ਸਿੰਘ ਨੇ ਜਤਾਇਆ ਸੀ, ਕਿਉਂਕਿ ਉਹਨਾਂ ਨੂੰ ਪਤਾ ਸੀ ਕਿ ਗਰੀਬ ਨੂੰ ਕਦੇ ਹੱਕ ਨਹੀਂ ਮਿਲਣਗੇ। ਉਹਨਾਂ ਨੇ ਕਿਹਾ ਸੀ ਕਿ ਆਜ਼ਾਦੀ ਉਦੋਂ ਹੀ ਮਿਲੂਗੀ ਜਦੋਂ ਗਰੀਬ ਦੇ ਹੱਕ ਉਹਨੂੰ ਘਰੇ ਬੈਠੇ ਨੂੰ ਮਿਲ ਜਾਣਗੇ। ਸੋ ਉਹ ਹਲੇ ਲੋਕਤੰਤਰ ਦੀਆਂ ਪਰਿਭਾਸ਼ਾਵਾਂ ਤੈਅ ਹੋਣੀਆਂ ਬਾਕੀ ਨੇ। ਸੁਖਵਿੰਦਰ ਜੀ, ਜਿਸ ਤਰ੍ਹਾਂ ਦੀ ਦਬਕੇ ਦੀ ਸਿਆਸਤ ਕਹਿ ਲੋ ਚੱਲ ਰਹੀ ਹੈ ਯੂਪੀ ਦੇ ਵਿੱਚ, ਜੋ ਕੁਝ ਹੋਇਆ ਕਾਨਪੁਰ ਚ ਹੋਇਆ, ਇੱਕ ਤਰੀਕੇ ਦੇ ਦੰਗੇ ਭੜਕਣ ਵਾਲਾ ਕੰਮ ਜਾਂ ਮਾਹੌਲ ਇਸ ਤਰ੍ਹਾਂ ਦਾ ਹੋ ਗਿਆ ਕਿ ਅੱਗਾਂ ਲਾ ਦਿੱਤੀਆਂ ਗਈਆਂ, ਉਹਨੂੰ ਲੈ ਕੇ ਬੁਲਡੋਜ਼ਰ ਕਾਫੀ ਚੱਲ ਰਿਹਾ। ਉਹਨਾਂ ਉੱਤੇ ਵੀ ਜਿਹੜੇ ਕਹਿੰਦੇ ਮੁੱਖ ਦੋਸ਼ੀ ਨੇ, ਜਿਨ੍ਹਾਂ ਨੂੰ ਇਹ ਕਹਿ ਰਹੇ ਨੇ ਕਿ ਇਸ ਕੇਸ ਵਿੱਚ ਮੁੱਖ ਦੋਸ਼ੀ ਨੇ, ਜਾਂ ਉਹਨਾਂ ਦੇ ਉੱਤੇ ਵੀ ਜਿਨ੍ਹਾਂ ਨੇ ਮਾੜਾ ਮੋਟਾ ਪਥਰਾ ਕੀਤਾ ਜਾਂ ਕੁਝ ਵੀ ਕੀਤਾ, ਦੰਗੇ ਭੜਕਾਏ, ਜੋ ਕੁਝ ਯੂਪੀ ਦਾ ਕਾਨੂੰਨ ਕਹਿੰਦਾ ਹੈ। ਯੂਸਫ ਸਾਹਿਬ ਦੇ ਉੱਤੇ ਦੰਗੇ ਭੜਕਾਉਣ ਦਾ ਦੋਸ਼ ਆ, ਉਹਨਾਂ ਦੀ ਬੇਟੀ ਦੇ ਉੱਪਰ ਵੀ ਇਹ ਚੀਜ਼ਾਂ ਨੇ। ਹੁਣ ਹੁੰਦਾ ਕੀ ਆ ਕਿ ਸ਼ਾਹੀਨ ਬਾਗ ਦਾ ਜਦੋਂ ਚੱਲਦਾ ਹੈਗਾ ਪੂਰੇ ਦਾ ਪੂਰਾ ਇੱਕ ਐਜੀਟੇਸ਼ਨ ਚੱਲਦੀ ਆ, ਉਹਦੇ ਵਿੱਚ ਵੀ ਦੋਨੇ ਪਿਓ ਧੀ ਬਹੁਤ ਐਕਟਿਵ ਸੀ। ਉਦੋਂ ਬਿਟੀਆ ਜੀ ਲਿੰਗੁਇਸਟਿਕਸ ਦੀ ਡਿਗਰੀ ਕਰ ਰਹੇ ਸੀ ਅਲੀਗੜ੍ਹ ਯੂਨੀਵਰਸਿਟੀ ਤੋਂ। ਇਸ ਵੇਲੇ ਉਹ ਲਿੰਗੁਇਸਟਿਕਸ ਦੀ ਪੀਜੀ ਕਰ ਰਹੇ ਨੇ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਤੋਂ। ਤੇ ਉਹ ਵੀ ਬੰਦਾ ਪਿਛਲੇ 30 ਸਾਲ ਤੋਂ ਐਕਟਿਵ ਆ। ਕਿੰਨੀਆਂ ਹੀ ਉੱਥੇ ਆਪਣੇ ਪ੍ਰਯਾਗਰਾਜ ਦੇ ਵਿੱਚ, ਇਲਾਹਾਬਾਦ ਵਿੱਚ ਜਿੰਨੀ ਐਜੀਟੇਸ਼ਨ ਹੋਈਆਂ ਨੇ 30 ਸਾਲ ਤੋਂ ਲਗਾਤਾਰ ਹਰ ਐਜੀਟੇਸ਼ਨ ਵਿੱਚ ਉਹ ਹਿੱਸਾ ਲੈ ਰਿਹਾ ਹੈਗਾ। ਅੱਜ ਹੀ ਫੜਿਆ ਗਿਆ, ਅੱਜ ਹੀ ਸਾਰਾ ਕੁਝ ਪਤਾ ਲੱਗ ਗਿਆ, ਅੱਜ ਹੀ ਬਲਡੋਜ਼ਰ ਚਲਾਉਣਾ ਹੈਗਾ। ਇਹ ਕਿਹੜਾ ਲੋਕਤੰਤਰ ਹੋਇਆ ਸੁਖਵਿੰਦਰ ਜੀ? ਇਹ ਤਾਂ ਸ਼ਰੇਆਮ ਪਤਾ ਲੱਗਦਾ, ਐਕਸਕਿਊਜ਼ ਮੀ, ਇਹ ਤਾਂ ਸ਼ਰੇਆਮ ਪਤਾ ਲੱਗਦਾ ਕਿ ਇਹ ਲੋਕਤੰਤਰ ਨਹੀਂ ਹੈਗਾ। ਇਹ ਲੋਕਤੰਤਰ ਨੂੰ ਫਾਸ਼ੀਵਾਦੀ ਤਾਕਤਾਂ ਵੱਲੋਂ ਲੋਕਤੰਤਰ ਨੂੰ ਇੱਕ ਨਵੀਂ ਪਰਿਭਾਸ਼ਾ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਲੋਕਤੰਤਰ ਦੀ ਜਿਹੜੀ ਰੂਪ ਰੇਖਾ ਹੈਗੀ ਆ ਉਹਨੂੰ ਬਦਲਣ ਦੀ ਕੋਸ਼ਿਸ਼ ਕੀਤੀ ਜਾ ਰਹੀ ਆ। ਸਾਨੂੰ ਬੋਲਣ ਦਾ ਹੱਕ ਹੈਗਾ, ਸਾਨੂੰ ਧਰਨੇ ਲਾਉਣ ਦਾ ਹੱਕ ਹੈਗਾ। ਸਾਡਾ ਕੋਈ ਧਰਨੇ ਲਾਉਣ ਵਾਲੇ ਬੰਦੇ ਨੂੰ ਤੁਸੀਂ ਗੈਰ ਅਖਲਾਕੀ, ਗੈਰ ਜਮਹੂਰੀ ਜਾਂ ਰਾਸ਼ਟਰੀ ਵਿਰੋਧੀ ਲੋਕ ਕਹਿ ਕੇ ਤੁਸੀਂ ਉਹਨਾਂ ਦੇ ਉੱਤੇ ਬਲਡੋਜ਼ਰ ਚੜਾਓਗੇ। ਇਹ ਕਿਹੜੇ ਲੋਕਤੰਤਰ ਦੇ ਕਾਨੂੰਨ ਵਿੱਚ ਲਿਖਿਆ ਹੋਇਆ? ਸੰਵਿਧਾਨ ਤਾਂ ਇਸ ਦੀ ਆਗਿਆ ਨਹੀਂ ਦਿੰਦਾ ਹੈਗਾ, ਨਾ ਪ੍ਰੀਐਂਬਲ ਇਸ ਦੀ ਆਗਿਆ ਦਿੰਦਾ ਹੈਗਾ। ਇਹ ਤਾਂ ਸ਼ਰੇਆਮ ਧੱਕਾ ਹੈਗਾ। ਮੈਨੂੰ ਯਾਦ ਆ ਰਿਹਾ ਕਿ ਅੱਜ ਗਰੀਬਾਂ ਦੇ ਉੱਪਰ ਇੱਕ ਇੱਕ ਬੰਦੇ ਉੱਪਰ ਬੁਲਡੋਜ਼ਰ ਚੜ ਰਿਹਾ ਤੇ 84 ਵਿੱਚ ਸਾਡੇ ਉੱਤੇ ਪੂਰੀ ਫੌਜ ਚੜਾ ਦਿੱਤੀ ਗਈ ਸੀ। ਫਰਕ ਕੀ ਆ? ਫਰਕ ਕੀ ਆ? ਕਾਂਗਰਸ ਨੇ ਫੌਜ ਚੜਾਈ, ਅੱਜ ਬੀਜੇਪੀ ਉਹਨਾਂ ਤੇ ਬਲਡੋਜ਼ਰ ਚੜਾ ਰਹੀ ਆ।
ਟਾਰਗੇਟ ਤਾਂ ਮਾਈਨੋਰਿਟੀਜ਼ ਨੇ। ਉੱਥੇ ਇੱਕ ਸਮੂਹਕ ਸੀ, ਅੱਜ ਕੱਲੇ ਨੂੰ ਮਾਰੀ ਜਾ ਰਹੇ ਨੇ। ਉਹਨੂੰ ਅੱਜ ਲੀਗਲਾਈਜ਼ ਨਾਮ ਦੇ ਰਹੇ ਨੇ ਕਿ ਜੀ ਇਹ ਤਾਂ ਮਿਊਨਿਸਪੈਲਿਟੀ ਐਕਟ ਵਿੱਚ ਆਉਂਦਾ। ਉਦੋਂ ਮਿਊਨਿਸਪੈਲਿਟੀਆਂ ਮਰੀ ਆਉਂਦੀਆਂ ਸੀ ਪਿਛਲੇ 30 ਸਾਲ ਤੋਂ, ਉਦੋਂ ਨਹੀਂ ਸੀ ਦਿਖਦੇ। ਅੱਜ ਹੀ ਭਾਜਪਾ ਦੇ ਆਉਣ ਤੋਂ ਬਾਅਦ ਸਾਰਾ ਕੁਝ ਦਿਖਣ ਲੱਗਿਆ ਹੈਗਾ। ਸੋ ਇਹ ਦ੍ਰਿਸ਼ਟੀਕੋਣ ਠੀਕ ਨਹੀਂ ਹੈਗਾ, ਔਰ ਇਸੇ ਦ੍ਰਿਸ਼ਟੀਕੋਣ ਦਾ ਫਲ ਸਾਡਾ ਮੁਲਕ ਭੁਗਤਣ ਜਾ ਰਿਹਾ। ਜੇ ਮੁਸਲਿਮ ਕੰਟਰੀਜ਼ ਨੇ ਯੂਨੀਅਨ ਬਣਾ ਕੇ ਬਹੁਤ ਵੱਡਾ ਆਰਥਿਕ ਸੰਕਟ ਆ ਸਕਦਾ। ਔਰ ਤੁਸੀਂ ਦੇਖੋ ਕਿ ਸ਼੍ਰੀਲੰਕਾ ਵਿੱਚ ਪਤਾ ਲੱਗ ਰਿਹਾ ਕਿ ਇੱਕ ਵੱਡਾ ਪਾਵਰ ਪਲਾਂਟ ਲਾਉਣਾ ਹੈਗਾ 500 ਮੈਗਾਵਾਟ ਦਾ। ਉਹਦੇ ਤੇ ਉੱਥੋਂ ਦੇ ਮੰਤਰੀ ਦੀ ਸਪੀਚ ਆਉਂਦੀ ਆ, ਟਵੀਟ ਆਉਂਦਾ ਕਿ ਰਾਸ਼ਟਰਪਤੀ ਕਹਿ ਰਹੇ ਨੇ ਸ਼੍ਰੀਲੰਕਾ ਦੇ ਕਿ ਇਹ ਅਡਾਨੀ ਨੂੰ ਦੇਣਾ ਹੈਗਾ ਕਿਉਂਕਿ ਮੋਦੀ ਦਾ ਪ੍ਰੈਸ਼ਰ ਹੈਗਾ। ਮਤਲਬ ਮੋਦੀ ਨੇ ਪਹਿਲਾਂ ਸ਼੍ਰੀਲੰਕਾ ਨੂੰ ਕਣਕ ਵੀ ਭੇਜਤੀ, ਪੈਸਟੀਸਾਈਡ ਵੀ ਭੇਜਤੇ, ਹਜ਼ਾਰਾਂ ਕਰੋੜ ਰੁਪਏ ਦੀ ਇਮਦਾਦ ਕਰਤੀ, ਤੇ ਉਹ ਪੈਸਾ ਲੋਕਾਂ ਦਾ ਗਿਆ ਹੈਗਾ। ਪਰ ਉਹ ਲੋਕਾਂ ਦੇ ਪੈਸੇ ਦੇ ਪ੍ਰੈਸ਼ਰ ਦੇ ਨਾਲ ਉਹ ਫਾਇਦਾ ਅਡਾਨੀ ਨੂੰ ਦਿਵਾਉਣਾ। ਸ਼੍ਰੀਲੰਕਾ ਦੇ ਵਿੱਚ ਪੋਰਟਸ ਬਣਾਉਣੇ ਆ, ਸ਼੍ਰੀਲੰਕਾ ਦੇ ਵਿੱਚ ਇਹ ਆਪਣੇ ਤੁਹਾਡੇ ਬਿਜਲੀ ਘਰ ਬਣਾਉਣੇ ਹੈਗੇ ਆ, ਥਰਮਲ ਪਾਵਰ ਪਲਾਂਟ ਲਾਉਣੇ ਆ। ਆਹ ਕੁਝ ਹੋ ਰਿਹਾ ਹੈਗਾ, ਤੇ ਇਹਦੇ ਵਿੱਚ ਅਸੀਂ ਲੋਕਤੰਤਰ ਕਿੱਥੇ ਦੇਖ ਰਹੇ? ਸੁਖਵਿੰਦਰ ਸਮਝ ਸਾਹਿਬ, ਮੇਰਾ ਆਖਰੀ ਸਵਾਲ ਹੈ ਕਿ ਨੈਸ਼ਨਲ ਹੈਰਾਲਡ ਮਾਮਲਾ, ਰਾਹੁਲ ਗਾਂਧੀ ਹੋਰਾਂ ਨੂੰ, ਗਾਂਧੀ ਪਰਿਵਾਰ ਨੂੰ ਕਹਿ ਲਓ ਕਿ ਸੰਮਨ ਕੀਤੇ ਸੀ ਈਡੀ ਨੇ, ਤੇ ਸੋਨੀਆ ਗਾਂਧੀ ਤਾਂ ਚਲੋ ਪਹੁੰਚੇ ਨਹੀਂ, ਉਹਨਾਂ ਦੀ ਤਬੀਅਤ ਵੇਖੀ ਹੈ। ਤੇ ਦੂਜੇ ਬੰਨੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਈਡੀ ਦਫ਼ਤਰ 'ਚ ਪੇਸ਼ ਹੋਣ ਲਈ ਪਹੁੰਚੇ, ਤੇ ਉੱਥੇ ਦਿੱਲੀ ਤੇ ਇੱਧਰ ਪੰਜਾਬ, ਪੂਰੇ ਦੇਸ਼ ਭਰ 'ਚ ਲਾ ਲਓ ਕਿ ਕਾਂਗਰਸੀ ਸੜਕਾਂ ਦੇ ਉੱਤੇ ਨੇ ਕਿ ਇਹ ਸਭ ਧੱਕਾ ਹੋ ਰਿਹਾ, ਆਵਾਜ਼ ਦਬਾਉਣ ਦੀ ਕੋਸ਼ਿਸ਼ ਹੈ, ਪੁਰਾਣੇ ਕੇਸਾਂ ਨੂੰ ਖੋਲਿਆ ਜਾ ਰਿਹਾ। ਮੈਂ ਚਾਹਾਂਗਾ ਕਿ ਦਰਸ਼ਕਾਂ ਦੀ ਜਾਣਕਾਰੀ ਦੇ ਲਈ ਥੋੜਾ ਨੈਸ਼ਨਲ ਹੈਰਾਲਡ ਮਾਮਲੇ ਦੇ ਬਾਰੇ ਦੱਸਿਓ। ਦੇਖੋ, ਨੈਸ਼ਨਲ ਹੈਰਾਲਡ ਇੱਕ ਅਖਬਾਰ ਸੀਗਾ, ਉਹਦੇ ਤੇ ਜਿਹੜੀ ਉਹਨੂੰ ਚਲਾਉਣ ਵਾਲੀ ਪੂਰੀ ਇੰਤਜ਼ਾਮੀਆ ਪ੍ਰਬੰਧਕੀ ਕਮੇਟੀ ਸੀ ਜਾਂ ਜੋ ਕੰਪਨੀ ਸੀ, ਉਹਦੇ ਵਿੱਚ ਸਾਰੇ ਹੀ ਬੰਦੇ ਜੇ ਸੀਗੇ ਉਹ ਪਰਿਵਾਰ ਦੇ ਸੀ, ਗਾਂਧੀ ਪਰਿਵਾਰ ਦੇ ਸੀ, ਔਰ ਫੰਡ ਕਿਸੇ ਪਾਸਿਓਂ ਹੋਰ ਆ ਰਿਹਾ ਸੀ। ਉਹ ਸਾਰਾ ਕੁਝ ਉਜਾਗਰ ਹੋਇਆ ਸੀਗਾ। ਉਹ ਵੀ ਸਾਡੇ ਸੁਬਰਾਮਣੀਅਮ ਸਾਹਿਬ ਉਹਦੇ ਵਿੱਚ ਬਹੁਤ ਐਕਟਿਵ ਰਹੇ ਨੇ, ਜਿਨ੍ਹਾਂ ਨੇ ਸਾਰਾ ਉਹ ਖੋਲਿਆ ਸੀ। ਪਰ ਗੱਲ ਹੁਣ ਇਹ ਹੋ ਰਹੀ ਆ ਕਿ ਉਹ ਖੋਲਿਆ ਤਾਂ ਗਿਆ ਸੀ ਭ੍ਰਿਸ਼ਟਾਚਾਰ ਰੋਕੂ ਕਾਨੂੰਨ ਤਹਿਤ ਕਿ ਇਹ ਪੈਸਾ ਕਿਵੇਂ ਆਇਆ, ਕਿਉਂ ਆਇਆ, ਪਰ ਉਹਦੇ ਪਿੱਛੇ ਜਿਹੜੀ ਇੰਟੈਂਸ਼ਨ ਸੀ ਉਹ ਪੋਲੀਟੀਕਲ ਸੀ ਕਿ ਇਸ ਪਰਿਵਾਰ ਨੂੰ ਭਜਾਇਆ ਕਿਵੇਂ ਜਾਵੇ, ਅੱਗੇ ਦੀ ਅੱਗੇ ਕਿਵੇਂ ਲਾਇਆ ਜਾਵੇ, ਤਾਂ ਕਿ ਜਿਹੜੀ ਇਹਨਾਂ ਦੀ ਇਕੱਠੇ ਕਰਨ ਦੀ ਕੋਸ਼ਿਸ਼ ਆ, ਦੁਬਾਰਾ ਆਪਣੀ ਸ਼ਕਤੀ ਨੂੰ ਰੀਗੇਨ ਕਰਨ ਦੀ ਕੋਸ਼ਿਸ਼ ਆ, ਉਹ ਕਿਤੇ ਨਾ ਕਿਤੇ ਖੇਰੂ ਹੋ ਜਾਵੇ। ਸੋ ਇਸ ਵੇਲੇ ਜਿਹੜਾ ਨੈਸ਼ਨਲ ਹੈਰਾਲਡ ਕੇਸ ਹੈਗਾ, ਉਹਨੂੰ ਇੰਨਾ ਕੁ ਲੰਬਾ ਖਿੱਚਿਆ ਜਾ ਚੁੱਕਿਆ, ਜਿਵੇਂ ਅਦਾਲਤਾਂ ਦੀ ਇੰਟਰਵੀਨ ਹੋ ਰਹੀ ਆ, ਜਿਵੇਂ ਈਡੀ ਉਹਦੇ ਵਿੱਚ ਕੰਮ ਕਰ ਰਿਹਾ, ਔਰ ਜਿਵੇਂ ਪੋਲੀਟੀਕਲ ਡਰਾਮਾ ਚੱਲ ਰਿਹਾ। ਇਹ ਇੱਕ ਬੜਾ ਵੱਡਾ ਸਕ੍ਰਿਪਟਡ ਪੋਲੀਟੀਕਲ ਡਰਾਮਾ ਹੋ ਕੇ ਨਿਕਲ ਗਿਆ, ਔਰ ਇਹਦੇ ਵਿੱਚ ਇੱਕ ਦੂਜੇ ਨੂੰ ਨੀਵਾਂ ਦਿਖਾਉਣ ਤੋਂ ਇਲਾਵਾ ਕੁਝ ਨਹੀਂ ਰਹਿ ਗਿਆ। ਸਭ ਨੂੰ ਪਤਾ ਹੈਗਾ ਕਿ ਪੋਲਿਟਿਕਸ ਦੇ ਵਿੱਚ ਕਰਪਸ਼ਨ ਕਿੰਨੇ ਵੱਡੀ ਭਾਰੇ ਰੂਪ ਦੇ ਵਿੱਚ ਹੈਗੀ ਆ। ਜੇ ਸਾਡੇ ਕੋਲੇ, ਸਾਡੀ ਸਰਕਾਰ ਕੋਲੇ, ਈਡੀ ਕੋਲੇ ਗਾਂਧੀ ਪਰਿਵਾਰ ਦੇ ਖਿਲਾਫ ਪੁਖਤਾ ਸਬੂਤ ਹੈਗੇ ਨੇ, ਫਿਰ ਇਸ ਮਾਮਲੇ ਨੂੰ ਇੰਨੇ ਸਾਲਾਂ ਤੋਂ ਲਟਕਾਇਆ ਕਿਉਂ ਜਾ ਰਿਹਾ? ਉਹ ਸਬੂਤ ਪੇਸ਼ ਕਰੋ, ਉਹਨਾਂ ਨੂੰ ਅੰਦਰ ਕਰੋ, ਸਜ਼ਾਵਾਂ ਦਿਵਾਓ, ਗੱਲ ਖਤਮ ਕਰੋ। ਕਿਉਂਕਿ ਸਾਡਾ ਸੰਵਿਧਾਨ ਤਾਂ ਕਿਸੇ ਨੂੰ ਵੀ ਬਖਸ਼ਣ ਦੀ ਗੱਲ ਨਹੀਂ ਕਰਦਾ। ਜੇ ਆਪਣਾ ਇੰਦਰਾ ਗਾਂਧੀ ਦੀ ਕੈਂਡੀਡੇਚਰ ਇੱਕ ਜੱਜ ਕੈਂਸਲ ਕਰ ਸਕਦਾ, ਉਸ ਨੂੰ ਅੰਦਰ ਰੱਖਿਆ ਜਾ ਸਕਦਾ, ਤੇ ਫਿਰ ਮਤਲਬ ਕੋਈ ਵੀ ਵੱਡਾ ਨਹੀਂ ਹੈਗਾ। ਸਾਡੇ ਲਈ ਸਭ ਤੋਂ ਵੱਡਾ ਸਾਡਾ ਸੰਵਿਧਾਨ। ਉਸ ਦੀ ਉਲੰਘਣਾ ਕਰਕੇ ਜੇ ਕੋਈ ਵੀ ਪੈਸਿਆਂ ਦੀ ਹੇਰਾਫੇਰੀ ਕਰਦਾ, ਦੇਸ਼ ਦੇ ਹਿੱਤਾਂ ਨਾਲ ਕੋਈ ਕੰਪਰੋਮਾਈਜ਼ ਕਰਦਾ ਹੈਗਾ, ਉਹਨੂੰ ਅੰਦਰ ਜਾਣਾ ਚਾਹੀਦਾ। ਪਰ ਜੇਕਰ ਸਬੂਤ ਨਹੀਂ ਹੈਗੇ ਤਾਂ ਫਿਰ ਉਹਨਾਂ ਨੂੰ ਬਾਰ-ਬਾਰ ਘੜੀਸਿਆ ਕਿਉਂ ਜਾ ਰਿਹਾ? ਜੇ ਸਬੂਤ ਹੈਗੇ ਨੇ ਤਾਂ ਫਿਰ ਇਹ ਮਾਮਲੇ ਨੂੰ ਲਟਕਾਇਆ ਕਿਉਂ ਜਾ ਰਿਹਾ? ਇਹਨੂੰ ਕਲੋਜ਼ ਕਰੋ, ਉਹਨਾਂ ਨੂੰ ਅੰਦਰ ਕਰਵਾਓ। ਪਰ ਦੋਨੋਂ ਹੀ ਚੀਜ਼ਾਂ ਨਹੀਂ ਹੋ ਰਹੀਆਂ ਸੁਖਵਿੰਦਰ ਜੀ। ਸੋ ਇਹ ਪੋਲਿਟਿਕਸ ਹੈਗੀ ਆ, ਇਹ ਸਾਡੇ ਲੋਕਤੰਤਰ ਦਾ ਘਾਣ ਕਰਨ ਦੀ ਕੋਸ਼ਿਸ਼ ਹੋ ਰਹੀ ਆ। ਕਿਉਂਕਿ ਜਿਹੜੇ ਇਹ ਨਵ ਉਦਾਰਵਾਦ ਜਿਹੜਾ ਆਇਆ ਹੈਗਾ ਨਾ, ਸਾਡਾ ਨਵ ਉਦਾਰਵਾਦ ਨੇ ਸਾਡੇ ਪੂਰੇ ਦੇ ਪੂਰੇ ਸਮਾਜ ਨੂੰ, ਜਿਹੜਾ ਇਹਦਾ ਇੰਟੈਗ੍ਰੇਸ਼ਨ ਸੀ, ਆਪਸੀ ਭਾਈਚਾਰਾ ਸੀ, ਇੱਕ ਸਮਾਜੀਕਰਨ ਸੀ, ਉਹਨੂੰ ਤੋੜਨ ਦੇ ਵਿੱਚ ਕੱਲੀ ਭਾਜਪਾ ਦਾ ਹੱਥ ਨਹੀਂ ਹੈਗਾ। ਉਹਨੂੰ ਕਾਂਗਰਸ ਵੱਲੋਂ ਇੰਦਰਾ ਵੇਲੇ ਸ਼ੁਰੂ ਹੋ ਗਿਆ ਸੀ। ਐਮਰਜੈਂਸੀ ਕੀ ਸੀਗੀ? ਅੱਜ ਅਸੀਂ ਭਾਜਪਾ ਨੂੰ ਨਿੰਦ ਰਹੇ ਹਾਂ, ਪਰ ਇਹ ਜੋ ਚੀਜ਼ਾਂ ਚੱਲ ਰਹੀਆਂ ਨੇ, ਇਹ ਭਾਜਪਾ ਨੇ ਉਹਦਾ ਸਬਕ ਤਾਂ ਇੰਦਰਾ ਗਾਂਧੀ ਤੋਂ ਲਿਆ ਨਾ, ਐਮਰਜੈਂਸੀ ਤੋਂ ਹੀ ਲਿਆ ਨਾ, 84 ਤੋਂ ਹੀ ਲਿਆ ਨਾ। ਫਿਰ ਇਹ ਚੀਜ਼ਾਂ ਨਵੀਆਂ ਤਾਂ ਨਹੀਂ ਹੋ ਰਹੀਆਂ ਨਾ, ਰੂਪ ਬਦਲ ਕੇ ਆ ਰਹੀਆਂ ਨੇ। ਕਿਸੇ ਸਮੇਂ ਇਹ ਕਾਂਗਰਸ ਕਰਦੀ ਸੀ, ਅੱਜ ਇਹ ਭਾਜਪਾ ਕਰਦੀ ਆ। ਪਹਿਲਾਂ ਕਾਂਗਰਸ ਸਰਕਾਰਾਂ ਚੱਲੀਆਂ ਨੇ, ਤੇ ਜੇ ਉਹਨਾਂ ਨੇ ਕੁਝ ਮਾੜੇ ਕੰਮ ਕੀਤੇ ਹੋਣਗੇ, ਦੁੱਧ ਧੋਤਾ ਤਾਂ ਕੋਈ ਵੀ ਨਹੀਂ ਹੈਗਾ, ਹਮਾਮ ਦੇ ਵਿੱਚ ਸਾਰੇ ਹੀ ਨੰਗੇ ਨੇ ਰਾਜਨੀਤੀ ਵਿੱਚ। ਸੋ ਆਪਾਂ ਨੂੰ ਪਤਾ ਕਿ ਕੀ ਕੁਝ ਮਾੜਾ ਹੋਇਆ।
ਜਿਨ ਰਾਜੀਵ ਗਾਂਧੀ ਦੇ ਉੱਪਰ ਕਿੰਨੇ ਦੋਸ਼ ਲੱਗਦੇ ਰਹੇ ਨੇ, ਬੋਫਰਸ ਦਾ ਸਾਰਾ ਸਾਹਮਣੇ ਆ ਗਿਆ ਸੀ, ਤੇ ਰਫੇਲਸ ਦੀ ਗੱਲ ਵੀ ਕੋਈ ਵੱਡੀ ਨਹੀਂ ਹੈਗੀ, ਉਹ ਵੀ ਸਾਡੇ ਸਾਹਮਣੇ ਹੈਗੇ ਆ। ਸਾਰਾ ਕੁਝ ਪਤਾ, ਦੁਨੀਆ ਨੂੰ ਸਭ ਪਤਾ ਹੈਗਾ, ਪਰ ਲੋਕਾਂ ਨੂੰ ਅਸਲੀ ਨੁਕਤਿਆਂ ਤੋਂ ਭਟਕਾਉਣ ਲਈ ਇਹ ਕਾਰਡਸ ਖੇਡੇ ਜਾਂਦੇ ਨੇ। ਅੱਜ ਸਾਡੇ ਲਈ ਪ੍ਰੋਬਲਮ ਇਹ ਹੈਗੀ ਆ ਕਿ ਸਾਡਾ ਮੁਲਕ ਆਰਥਿਕ ਸੰਕਟ ਵੱਲ ਨੂੰ ਵੱਧ ਰਿਹਾ। ਆਰਥਿਕ ਸੰਕਟ ਵੱਲ ਨੂੰ ਵੱਧਦੇ ਵੱਧਦੇ ਤੁਸੀਂ ਦੇਖ ਲਓ ਡਾਲਰ ਦੀ ਕੀਮਤ ਕਿੱਥੇ ਪਹੁੰਚ ਚੁੱਕੀ ਹੈ, ਔਰ ਅੱਜ ਤੋਂ 20 ਸਾਲ ਪਹਿਲਾਂ ਕਿੱਥੇ ਸੀ? ਜਦੋਂ ਨਵ ਉਦਾਰਵਾਦ ਸ਼ੁਰੂ ਹੋਇਆ 98 ਦੇ ਵਿੱਚ, ਉਦੋਂ ਅਸੀਂ ਕਿੱਥੇ ਖੜੇ ਸੀ ਤੇ ਅੱਜ ਅਸੀਂ ਕਿੱਥੇ ਖੜੇ ਆ? ਉਦੋਂ ਚਾਈਨਾ ਕਿੱਥੇ ਸੀ ਤੇ ਅੱਜ ਚਾਈਨਾ ਕਿੱਥੇ ਆ? ਸੋ ਗੱਲ ਉਹੀ ਆ ਨਾ ਕਿ ਸਾਡੇ ਮੁਲਕ ਨੂੰ ਜਿਸ ਤਰੀਕੇ ਨਾਲ ਵੇਚਿਆ ਜਾ ਰਿਹਾ ਪੋਲੀਟੀਸ਼ੀਅਨਸ ਵੱਲੋਂ, ਉਹਦੀ ਜਦੋਂ ਗੱਲ ਆਵਾਮ ਕਰਦੀ ਹੈ, ਜਵਾਨੀ ਕਰਦੀ ਹੈ, ਤਾਂ ਉਹਨੂੰ ਗਿਆਨ ਵਾਪੀ, ਇਹ ਬੁਲਡੋਜ਼ਰ, ਇਹ ਚੀਜ਼ਾਂ ਵਿੱਚ ਉਲਝਾ ਦਿੱਤਾ ਜਾਂਦਾ। ਹਾਂ, ਗਵਰਨਮੈਂਟ ਆਫ ਇੰਡੀਆ ਇਹ ਨਹੀਂ ਸੋਚ ਸਕਦੀ ਸੀ ਕਿ ਇਸ ਤਰ੍ਹਾਂ ਗਲਫ ਕੰਟਰੀਜ਼ ਦੀ OIC ਵੱਲੋਂ ਇਸ ਤਰੀਕੇ ਨਾਲ ਜਵਾਬ ਆਏਗਾ, ਉਹਦੇ ਲਈ ਉਹਨਾਂ ਦੀ ਤਿਆਰੀ ਨਹੀਂ ਸੀ ਹੈਗੀ। ਹੁਣ ਡਿਫੈਂਸ ਤਿਆਰ ਕੀਤੀ ਜਾ ਰਹੀ ਹੈ ਹੌਲੀ ਹੌਲੀ। ਸੋ ਇਹਦੇ ਨਾਲ ਦੇਖੋ, ਮੈਂ ਕਹਿੰਦਾ ਇਹ ਵਧੀਆ ਹੋ ਗਿਆ ਕਿ ਮੁਸਲਮਾਨ ਮਾਈਨੋਰਿਟੀ ਲਈ ਕੋਈ ਇੰਟਰਨੈਸ਼ਨਲ ਸੰਗਠਨ ਤਾਂ ਹੈ ਜੋ ਸਪੋਰਟ ਕਰ ਰਿਹਾ, ਜਿਹਦੇ ਤੋਂ ਸਾਡੀ ਸਰਕਾਰ ਵੀ ਡਰਦੀ ਆ। ਉਹ ਦੂਜੀਆਂ ਸਿੱਖਾਂ ਦੀ ਮਾਈਨੋਰਿਟੀ ਲਈ ਤਾਂ ਕੋਈ ਹੈ ਹੀ ਨਹੀਂ। ਈਸਾਈਆਂ ਉੱਤੇ ਵੀ ਜੇ ਸਾਡੀ ਸਰਕਾਰ ਅਤਿਆਚਾਰ ਕਰਦੀ ਆ, ਤਾਂ ਉਹ ਇੰਟਰਨੈਸ਼ਨਲ ਕਮਿਊਨਿਟੀ ਇੰਨੀ ਸਟਰੋਂਗ ਹੈਗੀ ਆ ਕਿ ਸਾਡੀ ਜੇ ਹਿੰਦੂ ਸੋਚ ਨੂੰ ਲੈ ਕੇ ਜੋ ਦਿਖਾਈ ਜਾ ਰਹੀ ਆ, ਇਹਦੇ ਵਿੱਚ ਹਿੰਦੂ ਭਾਈਚਾਰੇ ਦਾ ਕੋਈ ਕਸੂਰ ਨਹੀਂ ਹੈਗਾ, ਪਰ ਇਹ ਸੰਵਾਦ ਕ੍ਰੀਏਟ ਕੀਤਾ ਜਾ ਰਿਹਾ ਹਿੰਦੂ ਹਿੰਦੀ ਹਿੰਦੁਸਤਾਨ, ਪਰ ਇਹਦੇ ਨਾਲ ਹਿੰਦੂ ਭਾਈਚਾਰੇ ਦਾ 70% ਹਿੱਸਾ ਵਖਰੇਵਾ ਰੱਖਦਾ। ਇਹ ਵੀ ਗੱਲ ਮੈਂ ਇਨਵਰਟਡ ਕਾਮਾ 'ਚ ਕਹਿਣਾ ਚਾਹੂੰਗਾ। ਪਰ ਕਿਉਂਕਿ ਪੋਲਿਟਿਕਸ ਦੇ ਵਿੱਚ ਜਿਹੜੀ ਚੀਜ਼ ਚੱਲਦੀ ਆ, ਜਿਸ ਚੀਜ਼ ਨਾਲ ਮੈਨੂੰ ਆਪਣੀ ਗੱਦੀ ਮਿਲਦੀ ਆ ਔਰ ਲਗਾਤਾਰ ਮਿਲਦੀ ਰਹਿੰਦੀ ਆ, ਉਹੀ ਕਾਰਡਸ ਖੇਡੇ ਜਾਂਦੇ ਨੇ, ਤੇ ਇਹ ਉਹੀ ਕਾਰਡ ਨੇ। ਅੱਜ ਨੂਪੁਰ ਸ਼ਰਮਾ ਵਾਲਾ ਜਿਹੜਾ ਮਾਮਲਾ ਇੰਨਾ ਵੱਧ ਗਿਆ, ਉਹ ਤੋਂ ਬਾਅਦ ਬਲਡੋਜ਼ਰਾਂ ਵਾਲਾ ਵੱਧ ਗਿਆ, ਤੇ ਉਹਨਾਂ ਨੂੰ ਲੱਗਿਆ ਕਿ ਹੁਣ ਇਹ ਚੀਜ਼ ਖੜੀ ਕਰ ਦੋ ਦੁਆਰੇ, ਉਹ ਹੈਰਾਲਡ ਨੂੰ ਲੈ ਆਏ ਚੱਕ ਕੇ। ਸੋ ਇਹ ਸਾਰੀਆਂ ਗੇਮਾਂ ਪਾਰਲੀਮੈਂਟ ਦੇ ਗਲਿਆਰਿਆਂ ਵਿੱਚ ਬੈਠੇ ਜਿਹੜੇ ਇਹਨਾਂ ਦੇ ਆਪਣੇ ਸਿਰ ਕੱਢ ਕੰਸਲਟੈਂਟ ਹੁੰਦੇ ਆ ਨਾ, ਸਲਾਹਕਾਰ, ਇਹ ਸਭ ਉਹਨਾਂ ਦੇ ਪੈਦਾਇਸ਼ਾਂ ਨੇ। ਉਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਨੇ। ਮੁੱਦਿਆਂ ਵੱਲ ਸਾਨੂੰ ਜਾਣ ਨਹੀਂ ਦੇਣਾ ਕਿ ਸਾਡੇ ਜਿਹੜੇ ਸਰਕਾਰੀ ਬੈਂਕ ਨੇ, ਉਹਨਾਂ ਦਾ NPA ਕਿੰਨਾ ਵੱਧ ਚੁੱਕਿਆ ਕਿ ਉਹ ਵੀ ਟੁੱਟਣ ਦੇ ਕਿਨਾਰੇ ਬੈਠੇ ਨੇ, ਚਾਹੇ ਉਹ ਸਟੇਟ ਬੈਂਕ ਆਫ ਇੰਡੀਆ ਹੈਗਾ, ਚਾਹੇ ਉਹ ਪੰਜਾਬ ਨੈਸ਼ਨਲ ਬੈਂਕ ਹੈਗਾ। ਉੱਥੇ ਤੱਕ ਸੋਚਣ ਨਹੀਂ ਦੇਣਗੇ। ਇਹ ਤੁਹਾਨੂੰ ਕਦੇ ਨਹੀਂ ਦੱਸਣ ਦੇਣਗੇ ਕਿ ਜਿਹੜਾ ਸਾਡਾ MSME ਹੈਗਾ, ਸਮਾਲ ਸਕੇਲ ਇੰਡਸਟਰੀ ਦਾ ਜਿਹੜਾ ਢਾਂਚਾ ਹੈਗਾ, ਉਹ ਟੁੱਟ ਚੁੱਕਿਆ, ਉਹ ਬਿਖਰ ਚੁੱਕਿਆ, ਉਹ ਕਿਤੇ ਹੈ ਹੀ ਨਹੀਂ। ਉਹਨੂੰ ਕਿਵੇਂ ਅਸੀਂ ਦੁਬਾਰੇ ਖੜਾ ਕਰਾਂਗੇ, ਉੱਥੇ ਧਿਆਨ ਨਹੀਂ ਦੇਣ ਜਾਣਾ। ਔਰ ਤੁਹਾਨੂੰ ਇਹ ਵੀ ਧਿਆਨ ਨਹੀਂ ਦੇਣਗੇ ਕਿ ਬੇਰੁਜ਼ਗਾਰੀ ਦੀ ਜਿਹੜੀ ਦਰ ਲਗਾਤਾਰ ਵੱਧ ਰਹੀ ਆ, ਉਹਦਾ ਕਾਰਨ ਖੁਦ ਸਾਡੀ ਸਰਕਾਰ ਦੀਆਂ ਲੈ ਗਏ ਫੈਸਲੇ ਨੇ। ਕੋਈ ਬਾਹਰੋਂ ਨਹੀਂ ਡਿੱਗੀ ਸਾਡੇ ਉੱਤੇ ਬੇਰੁਜ਼ਗਾਰੀ ਆ ਕੇ। ਜੇਕਰ ਇਹੀ ਆਬਾਦੀ ਨੂੰ ਸਹੀ ਤਰੀਕੇ ਨਾਲ ਚੈਨਲਾਈਜ਼ ਕਰ ਲਿਆ ਜਾਵੇ, ਤਾਂ ਸਾਡਾ ਮੁਲਕ ਵੀ ਚਾਈਨਾ ਵਾਂਗੂ ਇੱਕ ਤਕੜਾ ਮੁਲਕ ਖੜਾ ਹੋ ਸਕਦਾ, ਜਿਸ ਉੱਪਰ ਵਰਲਡ ਦੀਆਂ ਵੱਡੀਆਂ ਇਕਨੋਮੀਜ਼ ਡਿਪੈਂਡੈਂਟ ਹੋਣਗੀਆਂ। ਕਰੋਨਾ ਵੇਲੇ ਲੱਗ ਰਿਹਾ ਸੀ ਕਿ ਵੱਡੇ ਜਿਹੜੇ ਧਨਾੜ MNCs ਨੇ, ਉਹ ਇੰਡੀਆ ਵੱਲ ਨੂੰ ਪਲਾਇਨ ਕਰਨਗੇ, ਪਰ ਜਦੋਂ ਤੋਂ ਇਹ ਧਰਮ ਦਾ ਯੁੱਧ ਸ਼ੁਰੂ ਕੀਤਾ ਇਹਨਾਂ ਨੇ, ਕਦੇ ਅਯੋਧਿਆ ਕਦੇ ਗਿਆਨ ਵਾਪੀ, ਤਾਂ ਵੱਡੇ ਜਿਹੜੇ MNCs ਨੇ, ਤੁਸੀਂ ਦੇਖਿਆ ਹੋਊਗਾ ਕਿ ਇੱਕ ਵਾਰ ਖਬਰ ਆਈ ਸੀ ਕਿ ਐਪਲ ਆ ਗਿਆ ਹੈਦਰਾਬਾਦ ਵਿੱਚ, ਉਸ ਤੋਂ ਬਾਅਦ ਕੋਈ ਖਬਰ ਹੀ ਨਹੀਂ ਹੈਗੀ, ਕੋਈ ਆ ਹੀ ਨਹੀਂ ਰਿਹਾ। ਜਿਹੜੇ ਪਹਿਲਾਂ ਬੈਠੇ ਨੇ ਜਾਪਾਨ ਵਾਲੇ ਪੈਸੇ ਲਾਈ, ਉਹੀ ਰੱਬ ਨੂੰ ਯਾਦ ਕਰ ਰਹੇ ਨੇ ਕਿ ਸਾਡੇ ਪੈਸੇ ਮੁੜ ਜਾਣ, ਅਸੀਂ ਨਿਕਲੀਏ ਇੱਥੋਂ। ਹਾਲਾਤ ਮੁਲਕ ਦੇ ਇਹ ਰਹੇ ਨੇ ਕਿ ਜੇ ਉਹੀ ਅਫਗਾਨਿਸਤਾਨ ਵੱਲ ਨੂੰ ਵੱਧ ਰਹੇ ਆ, ਉਹ ਵੀ ਐਕਸਟ੍ਰੀਮਿਜ਼ਮ ਵੱਲ ਨੂੰ ਵਧੇ ਸੀ, ਔਰ ਈਰਾਨ ਵੀ ਐਕਸਟ੍ਰੀਮਿਜ਼ਮ ਵੱਲ ਨੂੰ ਵਧਿਆ ਸੀ, ਇਰਾਕ ਵੀ ਐਕਸਟ੍ਰੀਮਿਜ਼ਮ ਵੱਲ ਨੂੰ ਵਧਿਆ ਸੀ। ਤੇ ਜੋ ਹਾਲਾਤ ਉਹਨਾਂ ਦੇ ਹੋਏ ਨੇ, ਉਹੀ ਅਸੀਂ ਕਹਿ ਸਕਦੇ ਹਾਂ ਕਿ ਹਿੰਦੁਸਤਾਨ ਦੇ ਹੋ ਸਕਦੇ ਨੇ। ਹੁਣ ਮੁਸਲਮਾਨ ਕੰਟਰੀ ਤਾਂ ਦੁਬਈ ਵੀ ਹੈਗਾ, ਪਰ ਉਹ ਐਕਸਟ੍ਰੀਮਿਜ਼ਮ ਵੱਲ ਨਹੀਂ ਨਾ ਹੈਗਾ। ਉਹ ਤਾਂ ਅਮਰੀਕਾ ਦੇ ਪ੍ਰੋਪਰਲੀ ਪੈਰਲਲ ਚੱਲ ਰਹੀ ਹੈ। ਉਹਨਾਂ ਦੀ ਇਕਨੋਮੀ ਇਸ ਵੇਲੇ ਵਰਲਡ ਦੀਆਂ ਟੌਪ ਦੀਆਂ ਇਕਨੋਮੀਜ਼ ਵਿੱਚੋਂ ਹੈਗੀ ਹੈ, ਕੁਵੈਤ ਹੈਗਾ। ਸੋ ਗੱਲਾਂ ਉਹੀ ਹੋ ਰਹੀਆਂ ਨੇ ਕਿ ਅਸੀਂ ਜਿਹੜੀ ਸਾਡੀ ਅੰਗਰੇਜ਼ਾਂ ਤੋਂ ਪਹਿਲਾਂ ਦੇ ਹਾਲਾਤ ਸੀ ਹਿੰਦੁਸਤਾਨ ਦੇ, ਉਧਰ ਨੂੰ ਤੱਕ ਰਹੇ ਆਪਣੇ ਆਪ ਨੂੰ, ਤੇ ਉਹਦੇ ਸਾਨੂੰ ਨਤੀਜੇ ਵੀ ਉਹੀ ਮਿਲਣਗੇ। ਸੁਖਵਿੰਦਰ ਜੀ, ਧੰਨਵਾਦ ਸਮਝ ਸਾਹਿਬ, ਬਹੁਤ 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 ਸ਼ੁਕਰੀਆ ਸਰ। ਸੋ ਮੇਰੇ ਨਾਲ ਮੌਜੂਦ ਸਨ ਸੀਨੀਅਰ ਪੱਤਰਕਾਰ ਤੇ ਪੰਜਾਬਨਾਮਾ ਦੇ ਸੰਪਾਦਕ ਗੁਰਮਿੰਦਰ ਸਿੰਘ ਸਮਦ। ਗੱਲ ਜਿਹੜੀ ਅਖੀਰ ਦੇ ਵਿੱਚ ਇੱਥੇ ਮੁੱਕਦੀ ਆ ਕੇ ਕਿ ਸਰਕਾਰਾਂ ਨੂੰ ਸਿਰਫ ਆਪਣੀ ਕੁਰਸੀ ਤੱਕ ਮਤਲਬ ਹੁੰਦਾ ਹੈ ਕਿ ਅਸੀਂ ਆਹ ਚੋਣ ਜਿੱਤ ਲਈ, ਅਸੀਂ ਉਹ ਚੋਣ ਜਿੱਤ ਲਈ, ਅੱਗੋਂ 2024 ਆ ਜਾਣਾ, ਵਿੱਚ ਵਿਚਾਲੇ ਹਿਮਾਚਲ ਦੀਆਂ ਚੋਣਾਂ ਆ ਰਹੀਆਂ ਨੇ। ਇਹਨਾਂ ਨੂੰ ਮਤਲਬ ਨਹੀਂ ਕਿ ਮੁੱਦਿਆਂ ਦਾ ਕੀ ਬਣਦਾ, ਲੋਕਾਂ ਦਾ ਕੀ ਬਣਦਾ। ਸਿਰਫ ਤੇ ਸਿਰਫ
ਆਪਣੀ ਜਿਹੜੀ ਉਹ ਕੁਰਸੀ ਕਾਇਮ ਰਹਿਣੀ ਚਾਹੀਦੀ ਹੈ। ਤੁਸੀਂ ਆਪਣੇ ਵਿਚਾਰ ਕਮੈਂਟ ਜ਼ਰੂਰ ਕਰਿਓ। ਤਖਤ ਪੰਜਾਬ ਨੂੰ ਸਬਸਕ੍ਰਾਈਬ ਕਰੋ। ਮੈਨੂੰ ਇਜਾਜ਼ਤ ਦਿਓ। ਧੰਨਵਾਦ।